वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी। आप जी वडभागे हो जो 8वें पातशाह बाला प्रीतम सतगुरु जिस डिठे सब दुख जाए इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी सतनाम वाहे गुरु जी। ये इतिहास पहले पातशाह जहर पीर जगत गुरु कल तारण आए श्री गुरु नानक देव महाराज जी का है। प्रसंग है कि सच्चे पातशाह श्री गुरु नानक देव महाराज परमेश्वर मलाप तो जदों वापस आए ने जिथे ध्रुव मंडल सी उथे वापस पहुंचे ने। इथों जदों सतगुरु जी चलन लगे ने भगत जी नाल सतगुरां दी गोष्ठ दा जिक्र हुंदा है और सबन विखे जिह जोत समानी सदा अलेप सरब को दानी सुन कीनो ध्रुव हरख अपारा निरंकार के तुम आकारा। भगत जी कहन लगे तुसी परमेश्वर दा रूप हो, तुसी रब दी मूरत हो। मेरी खुशकिस्मती है कि मैं थानू नेड़े हो के वेखिया, मैं थानू नज़दीक हो के वेखण दा दर्शन करन दा मैनू सुभाग मिले है। हाँ जी। सह ना सके तिन को दुख पारी धरियो रूप तुम पर उपकारी। निश्चा मोहे अदक अत गाढ़ो धन भाग देखियो टिग ठांडो। कल मैं नाम करे उपदेशा पावत नर जे अदक कलेशा। जेड़े दुनिया दे लोग कलेश विच जीउंदे ने, हुण तुसीं वेखो साडे 3 ताप कदे मिटदे ही नहीं। साडियां आदियां ब्यादियां उपाधियां कदे मुकदियां ही नहीं। साडे लई तां बच्चों की एक खेड का जिक्र किया जाता है कि बच्चे खेडते एक दूजे नूं पुछदे ने भंडा भंडारीआ किन्ना क भार, ते ओह जिहड़ा लागे खलोता हुंदा ओह कहंदा भी एक मुट्ठी चुक लै दूजी तैयार। कोई भी व्यक्ति अगर एकांत विच बैठ के सोचण का यतन करे कि की कदे
ਸੁਖ ਦਾ ਸਮਾਂ ਲੰਬਾ ਸਮਾਂ ਉਹਦੀ ਜ਼ਿੰਦਗੀ ਵਿੱਚ ਰਿਹਾ ਨਹੀਂ ਰਿਹਾ। ਥੋੜਾ ਜਿਹਾ ਸਮਾਂ ਸਮੂਥ ਹੁੰਦਾ ਹੈ, ਫਿਰ ਕੋਈ ਨਾ ਕੋਈ ਉਤਰਾਅ ਚੜਾਅ ਜ਼ਿੰਦਗੀ ਦੇ ਸ਼ੁਰੂ ਹੋ ਜਾਂਦੇ ਨੇ। ਇਹ ਦੁੱਖ ਤੇ ਸੁੱਖ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਭਾਈ, ਇਹ ਤਾਂ ਕੱਪੜੇ ਨੇ। ਜਿਵੇਂ ਗਰਮੀ ਸਰਦੀ ਦੇ ਕੱਪੜੇ ਸਾਰਿਆਂ ਨੂੰ ਹੀ ਪਾਉਣੇ ਪੈਂਦੇ ਨੇ, ਫਰਕ ਇੰਨਾ ਹੀ ਹੈ ਕਿ ਸਰਦੀਆਂ ਦੇ ਕੱਪੜੇ ਸਰਦੀਆਂ 'ਚ ਪਾ ਲੈਂਦੇ ਆ, ਗਰਮੀਆਂ ਦੇ ਕੱਪੜੇ ਗਰਮੀਆਂ 'ਚ ਪਾ ਲੈਂਦੇ ਆ। ਬਾਕੀ ਸਮਾਂ ਕੱਪੜੇ ਤਾਂ ਹੈਂਗਰਾਂ 'ਤੇ ਟੰਗੇ ਰਹਿੰਦੇ ਨੇ ਭਾਈ। ਪਤਾ ਸਾਨੂੰ ਵੀ ਹੈ ਵੀ ਸਰਦੀ ਆਉਣੀ ਹੈ। ਸਰਦੀਆਂ ਵਿੱਚ ਇਹ ਤਾਂ ਹੈ ਨਹੀਂ ਕਿ ਪਤਲੇ ਕੱਪੜੇ ਆਪਾਂ ਸੁੱਟ ਦਿੱਤੇ ਨੇ, ਹੁਣ ਹੌਲੀ ਹੌਲੀ ਕੱਢ ਕੇ ਧੋਣੇ ਸ਼ੁਰੂ ਕਰ ਦਿੱਤੇ ਆਪਾਂ। ਅੱਗੋਂ ਗਰਮੀ ਆਉਣੀ ਹੈ, ਫਿਰ ਪਾਉਣੇ ਨੇ। ਦੁੱਖ ਤੇ ਸੁੱਖ ਇਹ ਦੋ ਕੱਪੜੇ ਨੇ ਭਾਈ। ਦੁਨੀਆ ਦੇ ਵਿੱਚ ਕਲੇਸ਼ ਮੁੱਕਦੇ ਹੀ ਨਹੀਂ। ਭਗਤ ਜੀ ਕਹਿਣ ਲੱਗੇ, ਹੇ ਗੁਰੂ ਨਾਨਕ, ਕੱਲ ਮੈਂ ਨਾਮ ਕਰੇ ਉਪਦੇਸਾ। ਤੁਸੀਂ ਇਸ ਕੱਲ ਦੇ ਵਿੱਚ ਨਾਮ ਦਾ ਉਪਦੇਸ਼ ਦੇ ਰਹੇ ਹੋ। ਪਾਵਤ ਨਰ ਜੇ ਅਧਿਕ ਕਲੇਸ਼ਾ, ਜਿਨ੍ਹਾਂ ਨੂੰ ਕਲੇਸ਼ ਦੇ ਵਿੱਚ ਜਿਉਣਾ ਪੈ ਰਿਹਾ। ਔਰ ਇਹ ਜ਼ਰੂਰ ਚੇਤਾ ਰੱਖਣਾ, ਕਲੇਸ਼ ਮਨ ਦਾ ਜਿਹੜਾ ਹੈ ਨਾ ਉਹ ਜ਼ਿਆਦਾ ਖਤਰਨਾਕ ਹੈ। ਜਿਹੜਾ ਬਾਹਰੀ ਕਲੇਸ਼ ਹੈ ਨਾ, ਵੀ ਗੁਆਂਢੀਆਂ ਨਾਲ ਝਗੜਾ ਹੋ ਗਿਆ, ਭਰਾਵਾਂ ਦਾ ਝਗੜਾ ਹੋ ਗਿਆ, ਪਤੀ ਪਤਨੀ ਦਾ ਝਗੜਾ ਹੋ ਗਿਆ, ਬੱਚਿਆਂ ਨਾਲ ਹੋ ਗਿਆ, ਬੱਚਿਆਂ ਦਾ ਮਾਂ-ਪਿਓ ਨਾਲ ਹੋ ਗਿਆ, ਇਹ ਛੋਟਾ ਝਗੜਾ ਹੈ, ਇਹਦੇ ਬੜੇ ਸਮਾਧਾਨ ਨੇ। ਪਰ ਜਿਹੜਾ ਝਗੜਾ ਸਾਡੇ ਅੰਦਰ ਹੀ ਚੱਲਦਾ ਹੈ, ਇੱਕ ਕਲੇਸ਼ ਸਾਡੇ ਅੰਦਰ ਤੁਰਿਆ ਰਹਿੰਦਾ ਹੈ, ਜਿਹੜਾ ਸਾਡੇ ਅੰਦਰ ਕਈ ਤਰ੍ਹਾਂ ਦੇ ਚੰਗੇ ਮਾੜੇ ਖਿਆਲ ਵੀ ਪੈਦਾ ਕਰਦਾ ਹੈ, ਕਈ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਭੈੜੀਆਂ ਸੋਚਾਂ ਨੂੰ ਵੀ ਜਨਮ ਦਿੰਦਾ ਹੈ। ਕਈ ਵਾਰੀ ਅਸੀਂ ਅਗਲੇ ਨੂੰ ਮਾਰਨ ਦਾ ਸੋਚਦੇ ਹਾਂ, ਕਈ ਵਾਰੀ ਆਪਣੇ ਆਪ ਨੂੰ ਸੁਸਾਈਡ ਕਰਨ ਦਾ ਸੋਚਦੇ ਹਾਂ, ਕਈ ਵਾਰੀ ਅਸੀਂ ਕਿਸੇ ਨੂੰ ਧੋਖਾ ਦੇਣ ਦਾ ਸੋਚਦੇ ਹਾਂ, ਕਈ ਵਾਰੀ ਕਿਸੇ ਨਾਲ ਅਸੀਂ ਬੇਈਮਾਨੀ ਕਰਨ ਦਾ ਸੋਚਦੇ ਹਾਂ। ਇਹ ਲਿਖਿਆ ਸਤਿਗੁਰੂ ਦੀ ਬਾਣੀ ਵਿੱਚ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਸੇ ਕਰਕੇ ਸਤਿਗੁਰੂ ਨੇ ਇਹਦੀ ਉਲਟੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰ। ਉਹ ਕੌਣ ਹੈ ਜਿਹੜਾ ਮੁਖ ਤੋਂ ਬਾਣੀ ਪੜ੍ਹਦਾ ਪਰ ਆਪਣੇ ਹਿਰਦੇ ਵਿੱਚ ਰੋਜ਼ ਜੁੱਧ ਕਰਦਾ, ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ, ਅਹੰਕਾਰ ਨਾਲ, ਨਿੰਦਿਆ ਚੁਗਲੀ ਨਾਲ, ਠੱਗੀਆਂ ਨਾਲ, ਹੇਰਾ ਫੇਰੀਆਂ ਨਾਲ। ਕਿਉਂਕਿ ਆਲਾ ਦੁਆਲਾ ਸਾਨੂੰ ਚੰਗਾ ਨਹੀਂ ਸਿਖਾਉਂਦਾ। ਮੈਂ ਤਾਂ ਕਈ ਵਾਰੀ ਆਪ ਜੀ ਨਾਲ ਸਾਂਝ ਕੀਤੀ ਵੀ ਕੀ ਕਿਸੇ ਨੇ ਲੜਨ ਦੀ ਟ੍ਰੇਨਿੰਗ ਲਈ ਹੈ, ਕੀ ਕਿਸੇ ਨੇ ਗਾਲਾਂ ਕੱਢਣੀਆਂ ਸਿੱਖਣ ਦੀ ਟ੍ਰੇਨਿੰਗ ਲਈ ਹੈ। ਚੰਗੀਆਂ ਗੱਲਾਂ ਦੀ ਕੋਚਿੰਗ ਹੈ, ਚੰਗੀਆਂ ਗੱਲਾਂ ਦੇ ਸਕੂਲ ਨੇ, ਚੰਗੇ ਕੰਮ ਦੇ ਲਈ ਬਕਾਇਦਾ ਟਿਊਸ਼ਨਾਂ ਨੇ, ਟਿਊਟਰ ਨੇ। ਮਾੜੇ ਕੰਮ ਲਈ ਕਦੇ ਤੁਸੀਂ ਸੁਣਿਆ ਵੀ ਉਹ ਆਦਮੀ ਜਿਹੜਾ ਉਹ ਟ੍ਰੇਨਿੰਗ ਕਰਨ ਗਿਆ ਮਾੜੇ ਕੰਮ ਦੀ? ਇਹ ਸਾਰੀਆਂ ਗੱਲਾਂ ਆਪਣੇ ਆਪ ਹੁੰਦੀਆਂ ਨੇ। ਖੇਤਾਂ ਦੇ ਵਿੱਚ ਘਾਹ ਨਦੀਨ ਹੈ, ਕਦੇ ਕਿਸੇ ਨੇ ਪੈਦਾ ਕੀਤਾ। ਜੀਵਨ ਵਿੱਚ ਬੁਰਾਈਆਂ ਲਈ ਕਦੇ ਕਿਸੇ ਨੇ ਤਰੱਦਦ ਕੀਤਾ। ਸੱਚ ਬੋਲਣ ਲਈ ਹਰ ਬੰਦੇ ਨੂੰ ਯਤਨ ਕਰਨਾ ਪੈਂਦਾ, ਝੂਠ ਬੋਲਣ ਲਈ ਕੋਈ ਮੂੰਹ ਬਣਾਉਣ ਦੀ ਲੋੜ ਹੈ ਕੋਈ? ਇਹ ਅੰਦਰ ਦਾ ਕਲੇਸ਼ ਜਿਹੜਾ ਹੈ ਸਾਨੂੰ ਕਦੇ ਸੁੱਖ ਸ਼ਾਂਤੀ ਨਹੀਂ ਦਿੰਦਾ। ਔਰ ਇਹਦਾ ਇੱਕ ਦੂਸਰਾ ਪੱਖ ਵੀ ਹੈ ਵੀ ਇੱਥੇ ਤੁਸੀਂ ਵੇਖੋ, ਅਮੀਰ ਤੋਂ ਗਰੀਬ ਤੋਂ, ਸਭ ਤੋਂ, ਪੜ੍ਹੇ ਅਣਪੜ੍ਹੇ ਤੋਂ, ਬਿਮਾਰ ਤੰਦਰੁਸਤ ਤੋਂ, ਕਿਸੇ ਤੋਂ ਇੱਥੇ ਖਲੋਤੇ ਅਰਦਾਸ ਸੁਣ ਲੈਣਾ ਕੀ ਕਹਿੰਦਾ ਹੈ। ਜਿਹਦਾ ਘਰ ਹੈਗਾ ਉਹ ਵੀ ਇਹੋ ਕਹਿੰਦਾ, ਜਿਹਦਾ ਨਹੀਂ ਘਰ ਹੈਗਾ ਉਹ ਵੀ ਇਹੋ ਕਹਿੰਦਾ, ਮਹਾਰਾਜ ਸੁੱਖ ਸ਼ਾਂਤੀ ਚਾਹੀਦੀ ਹੈ। ਵੀ ਪੁੱਛੋ ਤੇਰੇ ਘਰ 29 ਚੀਜ਼ਾਂ ਨੇ, ਇੱਕ ਸੁੱਖ ਸ਼ਾਂਤੀ ਨਹੀਂ ਹੈਗੀ? ਇੰਨਾ ਘਰ ਦਾ ਸਮਾਨ ਇਕੱਠਾ ਕੀਤਾ ਤੂੰ, ਨਹੀਂ ਸੁੱਖ ਸ਼ਾਂਤੀ ਨਹੀਂ ਹੈਗੀ। ਸਮਾਨ ਬਹੁਤ ਹੈਗਾ, ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਬੜੇ ਹੈਗੇ ਨੇ,
ਮਾਣ ਪਦਵੀਆਂ ਧਨ ਦੌਲਤ ਬੜੀ ਹੈਗੀ, ਸੁਖ ਸ਼ਾਂਤੀ ਕੋਈ ਨਹੀਂ ਹੈਗੀ ਕਿ ਜਿੱਥੇ ਮਨੁੱਖ ਚੈਨ ਨਾਲ ਬੈਠ ਸਕੇ, ਸੁਖ ਨਾਲ ਸੌਂ ਸਕੇ, ਸੁਖ ਨਾਲ ਉੱਠ ਸਕੇ। ਤੋ ਜਿਹੜੇ ਲੋਕ ਕਲੇਸ਼ ਵਿੱਚ ਜਿਉਂਦੇ ਨੇ, ਹੇ ਗੁਰੂ ਨਾਨਕ ਤੁਸੀਂ ਉਹਨਾਂ ਨੂੰ ਨਾਮ ਦ੍ਰਿੜ ਕਰਾ ਰਹੇ ਹੋ। ਕਲਯੁਗ ਵਿੱਚ ਸਹਿ ਨਾ ਸਕੇ ਤਿਨ ਕੋ ਦੁੱਖ ਭਾਰੀ, ਧਰਿਓ ਰੂਪ ਤੁਮ ਪਰਉਪਕਾਰੀ। ਤੁਸੀਂ ਜੀਵਾਂ ਦਾ ਦੁੱਖ ਸਹਾਰ ਹੀ ਨਹੀਂ ਸਕੇ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਜੀਵਾਂ ਦੇ ਦੁੱਖਾਂ ਦੀ ਪੁਕਾਰ ਸੁਣੀ ਸੀ ਤਾਂ ਪਰਮੇਸ਼ਰ ਨੇ ਭੇਜਿਆ ਸੀ, ਗੁਰੂ ਨਾਨਕ ਆਏ ਸਨ। ਹਾਂਜੀ। ਦੀਨ ਬੰਦ ਹੋ ਦੀਨ ਦਇਆਲਾ, ਦੀਨਾ ਨਾਥੇ ਨਾਮ ਵਿਸਾਲਾ। ਤੁਸੀਂ ਦੀਨਾ ਬੰਧੂ ਹੋ। ਬੰਧੂ ਕਹਿੰਦੇ ਨੇ ਭਰਾ ਨੂੰ। ਸਾਡੇ ਦੋ ਸਕੇ ਭਰਾ ਗੁਰੂ ਕੇ ਕੀਰਤਨੀਏ ਹੋਏ ਨੇ, ਔਰ ਸ਼ੁਰੂ ਤੋਂ ਇਹ ਜਿਹੜਾ DD1 ਚੈਨਲ ਹੁੰਦਾ ਸੀ, ਜਦੋਂ ਆ ਕੇਬਲਾਂ ਨਹੀਂ ਸੀ ਹੁੰਦੀਆਂ, ਪ੍ਰਾਈਵੇਟ ਚੈਨਲ ਨਹੀਂ ਸੀ ਹੁੰਦੇ, ਡਿਸ਼ ਨਹੀਂ ਸੀ ਹੁੰਦੀ, ਉਦੋਂ ਸਿਰਫ ਸਰਕਾਰੀ ਚੈਨਲ ਹੀ ਹੁੰਦੇ ਸੀ, ਸਟੇਟ ਦੇ ਹੁੰਦੇ ਸੀ। ਉਹ ਸਵੇਰੇ ਸ਼ਾਮ ਚੱਲਦੇ ਸੀ, ਉਹਨਾਂ ਦੇ ਟਾਈਮ ਹੁੰਦੇ ਸੀ। ਕੋਈ ਸ਼ਾਮੀ 6 ਵਜੇ ਸ਼ੁਰੂ ਹੁੰਦਾ ਸੀ, ਕੋਈ 7 ਵਜੇ ਸ਼ੁਰੂ ਹੁੰਦਾ ਸੀ। ਤੇ ਉਹਦੇ ਨਾਲ ਫਿਰ ਇੱਕ ਨੈਸ਼ਨਲ ਚੈਨਲ ਹੁੰਦਾ ਸੀ, ਉਹਨੂੰ DD1 ਕਹਿ ਦਿਓ ਜਾਂ DD ਕਹਿ ਦਿਓ, ਇੱਦਾਂ ਕਰਕੇ ਉਹਦਾ ਨਾਂ ਸੀ, ਸ਼ਾਇਦ ਦਿੱਲੀ ਦੂਰਦਰਸ਼ਨ ਕਹਿੰਦੇ ਸੀ। ਉਹਦੇ ਤੇ ਐਤਵਾਰ ਨੂੰ 2 ਸ਼ਬਦ ਆਉਂਦੇ ਹੁੰਦੇ ਸੀ, ਔਰ ਅਮੂਮਨ ਉਹਦੇ ਤੇ ਸ਼ਬਦ ਜਿਹੜੇ ਗਾਇਨ ਕਰਦੇ ਸੀ ਹੁੰਦੇ ਸੀ ਸਿੰਘ ਬੰਧੂ। ਹੁਣ ਜਦੋਂ ਮੈਨੂੰ ਵੀ ਬੰਧੂ ਦਾ ਅਰਥ ਨਹੀਂ ਸੀ ਆਉਂਦਾ, ਮੈਂ ਸੋਚਦਾ ਸੀ ਵੀ ਸਿੰਘ ਨੇ ਤੇ ਬੰਧੂ ਦਾ ਮਤਲਬ ਕੀ ਹੋਇਆ। ਉਹ ਜਿਵੇਂ ਸਿੰਧੀ ਹੋ ਗਏ, ਉਹ ਇੱਦਾਂ ਸੋਚਣ ਲੱਗ ਜਾਣ ਬੰਧੂ ਕੀ ਹੁੰਦਾ। ਹੁਣ ਪਤਾ ਲੱਗਾ ਬੰਧੂ ਤੇ ਭਰਾਵਾਂ ਨੂੰ ਕਹਿੰਦੇ ਨੇ। ਉਹ 2 ਸਕੇ ਭਰਾ ਸੀ, ਸਿੰਘ ਬੰਧੂ। ਔਰ ਇੱਥੇ ਆ ਕੇ ਮੈਨੂੰ ਦਿੱਲੀ ਉਹਨਾਂ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ, ਉਹਨਾਂ ਦਾ ਕੀਰਤਨ ਸੁਣਨ ਦਾ ਵੀ ਮੌਕਾ ਮਿਲਿਆ। ਉਹ ਸਾਡੇ ਦਿੱਲੀ ਕਮੇਟੀ ਦੇ ਜਿਹੜੇ ਕੀਰਤਨੀਏ ਨੇ, ਉਹਨਾਂ ਦੀ ਸਿਲੈਕਸ਼ਨ ਕਮੇਟੀ ਦੇ ਬੜੇ ਰਿਸਪੈਕਟਡ ਮੈਂਬਰ ਹੁੰਦੇ ਸੀ ਉਹ। ਔਰ ਮੈਂ ਉਹਨਾਂ ਦੇ ਨਾਲ ਬੈਠ ਕੇ ਬਹੁਤ ਕੁਝ ਸਿੱਖਿਆ, ਇੰਟਰਵਿਊ ਦੇ ਵਿੱਚ ਕਿੱਦਾਂ ਇੰਟਰਵਿਊ ਲੈਣੀ ਚਾਹੀਦੀ ਹੈ। ਔਰ ਇਹ ਗੱਲ ਵੀ ਮੈਂ ਉਹਨਾਂ ਤੋਂ ਸਿੱਖੀ ਹੈ ਕਿ ਜਦੋਂ ਤੁਸੀਂ ਕੀਰਤਨ ਕਰਦੇ ਹੋ ਤੇ ਜਿਹੜਾ ਤੁਹਾਡੇ ਹੱਥਾਂ ਦਾ ਜਿਹੜਾ ਇਸ਼ਾਰਾ ਹੈ ਉਹਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਹੁਣ ਉਹ ਕਹਿੰਦਾ ਸ਼ਬਦ ਹੈ ਲੰਘ ਆ ਜਾ, ਤੇ ਮੇਰੇ ਕਾ ਹੱਥ ਇਹਨੂੰ ਕਰ ਰਿਹਾ ਹੋਵੇ ਬਾਹਰ ਨੂੰ, ਉਲਟ ਹੋ ਗਿਆ, ਗਲਤ ਹੋ ਗਿਆ ਸਾਰਾ। ਹੁਣ ਜਿਵੇਂ ਸ਼ਬਦ ਹੈ ਥਿਰ ਕਰ ਬੈਸੋ, ਤੇ ਹੱਥ ਥੱਲੇ ਨੂੰ ਜਾਣਾ ਚਾਹੀਦਾ ਹੈ, ਥਿਰ ਕਰ ਬੈਸੋ ਨਹੀਂ ਹੋਣਾ ਚਾਹੀਦਾ। ਫਿਰ ਉਹਨਾਂ ਨੇ ਆਵਾਜ਼ ਕੱਢ ਕੇ ਵੀ ਦੱਸੀ, ਕਹਿੰਦੇ ਵੀ ਜਦੋਂ ਤੁਸੀਂ ਇਹ ਸ਼ਬਦ ਇੱਦਾਂ ਪੜ੍ਹਨਾ ਹੈ ਤੇ ਉਹਦੇ ਵਿੱਚ ਤੁਹਾਡੀ ਆਵਾਜ਼ ਦਾ ਜਿਹੜਾ ਉਤਰਾਅ ਚੜਾਅ ਹੈ ਉਹ ਵੀ ਉਹਦੇ ਅਕੋਰਡਿੰਗ ਹੋਣਾ ਚਾਹੀਦਾ। ਫਿਰ ਵੇਖੋ ਤੁਸੀਂ ਕਿ ਸੰਗਤ ਨੂੰ ਕਿੰਨਾ ਆਨੰਦ ਆਉਂਦਾ। ਫਿਰ ਸ਼ਾਇਦ ਤੁਹਾਨੂੰ ਅਰਥ ਕਰਕੇ ਦੱਸਣ ਦੀ ਲੋੜ ਨਹੀਂ ਪੈਗੀ। ਹੇ ਪਰਮ ਗੁਰੂ ਨਾਨਕ, ਤੂੰ ਦੀਨਾਂ ਦਾ ਬੰਧੂ ਹੈ। ਦੀਨ ਕਹਿੰਦੇ ਨੇ ਗਰੀਬ। ਤੂੰ ਦੀਨਾਂ ਤੇ ਦਿਆਲੂ ਹੈ, ਗਰੀਬਾਂ ਤੇ ਦਇਆ ਕਰਨ ਵਾਲਾ, ਗਰੀਬਾਂ ਦਾ ਭਰਾ, ਦੀਨਾਨਾਥ, ਦੀਨਾਂ ਦਾ ਮਾਲਕ ਵੀ ਤੂੰ ਹੈ। ਨਾਮ ਵਿਸਾਲਾ। ਹਾਂਜੀ। ਉਸਤਤ ਕੇ ਬਚ ਇਉ ਕਹਿ ਸੁਣ ਕੈ, ਵੈਸੇ ਕਿਤਕ ਕਾਲ ਜਨ ਗੁਣ ਕੈ। ਇਸ ਤਰ੍ਹਾਂ ਕੁਝ ਸਮਾਂ ਆਪਸ ਵਿੱਚ ਬਚਨ ਬਲਾਸ ਹੋਇਆ, ਇੱਕ ਦੂਜੇ ਦੀ ਕੀਰਤੀ ਦੇ, ਇੱਕ ਦੂਜੇ ਦੀ ਵਡਿਆਈ ਦੇ ਸ਼ਬਦ ਆਪਸ ਵਿੱਚ ਬੋਲੇ ਗਏ। ਹਾਂਜੀ। ਬੋਲੇ ਬਹੁਰ ਸੁਨੋ ਧਰੁਵ ਪਿਆਰੇ, ਅਬ ਚਲਨੇ ਕੀ ਚਾਹ ਹਮਾਰੇ। ਸਤਿਗੁਰੂ ਜੀ ਕਹਿਣ ਲੱਗੇ, ਭਗਤ ਹੁਣ ਸਾਨੂੰ ਜਾਣਾ ਪਵੇਗਾ, ਕਿਉਂਕਿ ਸਮਾਂ ਤਾਂ ਰੁਕਦਾ ਹੀ ਨਹੀਂ ਹੈ। ਸਮੇਂ ਨੇ ਨਹੀਂ ਰੁਕਣਾ, ਔਰ ਜੇ ਤੁਸੀਂ ਸਮੇਂ ਅਨੁਸਾਰ ਨਹੀਂ ਚੱਲੋਗੇ ਤੇ ਬਹੁਤ ਪਿੱਛੇ ਰਹਿ ਜਾਓਗੇ, ਪਛੜ ਜਾਓਗੇ। ਅੱਜ ਲੋਕ ਕਹਿੰਦੇ ਤੇ ਹੈਗੇ ਨੇ ਕਿ ਸਿੱਖਾਂ ਨੇ ਬੜੀ ਤਰੱਕੀ ਕੀਤੀ ਹੈ। ਭਾਈ ਸਿੱਖ ਸਵੇਰੇ 4 ਵਜੇ ਤੁਰਦੇ ਨੇ। ਹੁਣ ਜਿਹਨੇ ਸਵੇਰੇ 7 ਵਜੇ ਤੁਰਨਾ ਹੈ ਤੇ 4 ਵਜੇ ਤੁਰੇ ਬੰਦੇ ਨਾਲੋਂ 3 ਘੰਟੇ ਦਾ ਲੇਟ ਫੇਟ ਕਿੰਨੀ ਕੁ ਕੱਢ ਲੋਗੇ ਤੁਸੀਂ। ਹੁਣ ਉਦੋਂ ਅੱਗੇ ਵੀ ਨੇ ਕਈ 9 ਵਜੇ ਤੁਰਦੇ ਨੇ,
ਹੁਣ ਉਹਦਾ 5 ਘੰਟੇ ਦਾ ਗੈਪ ਹੋ ਗਿਆ, ਤੇ ਜਿਹੜੇ ਘਰੋਂ ਤੁਰਦੇ ਹੀ 11 ਵਜੇ ਨੇ ਉਹਨਾਂ ਦਾ ਕੀ ਕਰੋਗੇ ਤੁਸੀਂ? ਦੇਖੋ, ਲੋਕ ਸਾਡੀ ਕਮਾਈ ਦਾ ਧਿਆਨ ਧਰਦੇ ਨੇ, ਸਿਰਫ ਇਹੀ ਵਹਿੰਦੇ ਨੇ ਵੀ ਸਿੱਖਾਂ ਨੇ ਜੀ ਉੱਥੇ ਵੀ ਗਏ, ਉੱਥੇ ਵੀ ਗਏ, ਉੱਥੇ ਵੀ ਇਹਨਾਂ ਨੇ ਜੀ ਬਹੁਤ ਕੁਝ ਬਣਾ ਲਿਆ। ਪਰ ਇਹ ਵੀ ਤੇ ਵੇਖੋ ਨਾ ਵੀ ਅਸੀਂ ਕੰਮ ਵੀ ਤੇ 18 ਘੰਟੇ ਕਰਦੇ ਆ, ਅਸੀਂ ਸੌਂਦੇ ਵੀ ਤੇ 6 ਘੰਟੇ ਆ। ਜਿਹੜੀਆਂ ਮਿਹਨਤ ਕਸ਼ ਕੌਮਾਂ ਹੁੰਦੀਆਂ ਨੇ ਜਾਂ ਜਿਹੜੀਆਂ ਬਹਾਦਰ ਕੌਮਾਂ ਹੁੰਦੀਆਂ ਨੇ, ਇਹ ਸਭ ਸੁੱਖ ਸਮਰਿੱਧੀ ਰਾਜ ਭਾਗ ਸਭ ਉਹਨਾਂ ਕੋਲ ਹੀ ਹੁੰਦੇ ਨੇ, ਦੂਜਿਆਂ ਕੋਲ ਨਹੀਂ ਕਦੇ ਹੋਇਆ ਕਰਦੇ। ਹਾਂਜੀ। ਕਰਨੇ ਕਾਜ ਜਾਏ ਤਲ ਛੋਨੀ, ਆਇਸ ਦੇਵੋ ਤਬ ਕੀਰਤ ਨੋਨੀ। ਅੱਗੇ ਹੋਰ ਕਾਰਜ ਕਰਨੇ ਬਣਦੇ ਨੇ, ਕਿਉਂਕਿ ਕੋਈ ਚੀਜ਼ ਸਮੇਂ ਤੋਂ ਬਾਹਰ ਹੀ ਨਹੀਂ ਹੈ। ਵੇਖੋ, ਮੈਨੂੰ ਜਿੰਨੀ ਆਪਣੀ ਸਮਝ ਆਈ ਉਹ ਇਹ ਹੈ, ਬੰਦਾ ਕੁਝ ਵੀ ਨਹੀਂ ਹੈ, ਸਮਾਂ ਸਭ ਕੁਝ ਹੈ। ਉਹੀ ਬੰਦਾ ਹੁੰਦਾ ਹੈ ਕਈ ਵਾਰੀ ਦੁੱਖ ਵਿੱਚ ਹੁੰਦਾ, ਕਿਉਂ? ਕਿਉਂਕਿ ਸਮਾਂ ਮਾੜਾ ਹੈ। ਉਹੀ ਬੰਦਾ ਬੜੇ ਸੁੱਖ ਵਿੱਚ ਹੁੰਦਾ, ਕਿਉਂ? ਹੁਣ ਉਹਦਾ ਸਮਾਂ ਠੀਕ ਹੈ, ਵਕਤ ਹੈ। ਔਰ ਤੁਸੀਂ ਇਹ ਵੀ ਵੇਖਿਓ ਜੇ, ਬੜੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਖੁਦ ਇੱਕ ਦਿਨ ਜ਼ਿੰਦਗੀ 'ਚ ਜ਼ਰੂਰ ਰੱਬ ਸਮਝਾਉਂਦਾ, ਜ਼ਰੂਰ ਅਸੀਂ ਮੰਨੀਏ ਨਾ ਮੰਨੀਏ। ਬੈਂਕਾਕ ਮੈਂ ਕਿਸੇ ਆਪਣੇ ਮਿੱਤਰ ਦੇ ਘਰ ਗਿਆ, ਉਹ ਕਹਿੰਦਾ ਗਿਆਨੀ ਜੀ ਮੈਂ ਕਦੇ ਸਕੂਟਰ ਤੇ ਆਫਿਸ ਨਹੀਂ ਗਿਆ, ਕਾਰ ਤੇ ਜਾਣਾ। ਇੱਕ ਦਿਨ ਐਵੇਂ 2 ਵੀਲਰ ਚੁੱਕ ਲਿਆ, ਫਿਰ ਮੈਂ ਕਦੇ 9 ਵਜੇ ਤੋਂ ਪਹਿਲਾਂ ਨਹੀਂ ਜਾਂਦਾ। ਐਵੇਂ ਮਨ ਕੀਤਾ ਸਵੇਰੇ 7, 7:30 ਹੀ ਤੁਰ ਪਿਆ। ਇਹ ਬੈਂਕਾਕ ਦੀ ਗੱਲ ਹੈ। ਕਹਿੰਦਾ ਮੈਂ ਦਫ਼ਤਰ ਗਿਆ, ਬਹਿ ਗਿਆ, ਫਿਰ ਸੋਚਿਆ ਵੀ ਇੱਥੇ ਕਿਸੇ ਨੇ ਆਉਣਾ ਹੀ ਨਹੀਂ, ਸਾਰਿਆਂ ਨੂੰ ਪਤਾ ਵੀ ਤੂੰ ਤੇ 9 ਵਜੇ ਆਉਣਾ ਹੈ। ਕਹਿੰਦਾ ਫਿਰ ਚੁੱਕਿਆ 2 ਵੀਲਰ, ਫਿਰ ਤੁਰ ਪਿਆ ਵੀ ਚਲੋ ਹੋਰ ਕੰਮ ਕਰ ਆਵਾਂ। ਕਹਿੰਦਾ ਉਸੇ ਰੈੱਡ ਲਾਈਟ ਤੋਂ, ਉਸੇ ਚੌਂਕ ਤੋਂ ਮੈਂ 3 ਵਾਰੀ ਲੰਘਿਆ, ਚੌਥੀ ਵਾਰੀ ਲੰਘਣ ਲੱਗਾ ਤੇ ਲੱਤ ਟੁੱਟ ਗਈ। ਕਹਿੰਦਾ ਵੀ ਲੱਤ ਪਹਿਲੀ ਵਾਰੀ ਸਵੇਰੇ ਲੰਘਿਆ ਉਦੋਂ ਨਹੀਂ ਟੁੱਟੀ, ਮੁੜ ਕੇ ਵਾਪਸ ਆਇਆ ਫੇਰ ਨਹੀਂ ਟੁੱਟੀ, ਫੇਰ ਲੰਘਿਆ ਫੇਰ ਨਹੀਂ ਟੁੱਟੀ। ਚੌਕ ਵੀ ਉਹੀ ਸੀ, ਬੰਦਾ ਵੀ ਉਹੀ ਸੀ, ਸਕੂਟਰ ਵੀ ਉਹੀ ਸੀ। ਇਸੇ ਕਰਕੇ ਕਹਿੰਦੇ ਨਾ ਵੀ ਜਿਹੜੀ ਗੱਲ ਜਦੋਂ ਹੋਣੀ ਹੈ ਉਦੋਂ ਹੀ ਹੋਣੀ ਹੈ, ਅੱਗੋਂ ਪਿੱਛੋਂ ਨਹੀਂ ਹੋਣੀ। ਇਹ ਗੀਤਾ ਦਾ ਸਭ ਤੋਂ ਵੱਡਾ ਉਪਦੇਸ਼ ਹੈ कि समय से पहले भाग्य से ज्यादा कभी किसी को कुछ नहीं मिलता। जो तुहाडी किस्मत विच मिलना उन्ना ही है। कदों मिलना है? जदों समा आ जाएगा उदों मिल जाएगा। समय तो पहला नहीं मिलना, किस्मत तो ज्यादा नहीं मिलना। मिलेगा उदों जदों टाइम आ जाएगा, तुहानूं मिल जाएगा। कितना मिलेगा वो फिक्स है, वो नहीं मिलेगा, उस तो बाद नहीं मिलेगा। तुसीं लख यतन कर लो। इस करके समय की कदर करनी चाहिए है, वक्त की रिस्पैक्ट करनी चाहिए है, समय की बहुत इज्जत करनी चाहिए, समा बर्बाद नहीं करना चाहिए। जिन्हां व्यक्तियों ने समा नहीं संभालिया, फिर चेता रखना समय ने फिर उन्होंने भी नहीं संभालिया। फिर ऐसा भी समा आया कि बंदे रुल गए। करने काज जाए तल छोनी, आयस देहो तब कीरत नोनी। भगत जी तुहाडी तो कीर्ति बड़ी सुंदर है, असी मात लोक दे विच जाके अजे बड़े काम करने ने। हाँ जी। ध्रुव सुन कै एव बचन उचारा, आयस सदा तुम्हें करतारा। अगो भगत जी कहन लगे जी जिवें करतार दा हुक्म है, जिवें रब दी आग्या है, क्योंकि आपां सारे रब दे हुक्म दे विच आ। कल आ जिहड़ी सामने चर्च है ना बंगला साहब दे ओपोजिट, इत्थे 2 स्कूल ने, लड़कियां दा लड़कियां दा। बड़ा लोकां नूं क्रेज है इत्थे बच्चे पढ़ाउण दा। जिहड़ा इत्थे आर्च बिशप है, कल उन्हें अपना 40 साल अपनी एनिवर्सरी मनाई कि 40 साल पहला वो पादरी बनिया सी। 40 साल हो गए, हुण वो आर्च बिशप की पदवी ते है।
ਉੱਥੇ ਉਹ ਸਾਰੇ ਧਰਮਾਂ ਦੇ ਲੋਕ ਗਏ। ਜਿਹੜਾ ਮੇਰੇ ਨਾਲ ਸੀ ਉਹ ਮੇਰਾ ਬਹੁਤ ਪਰਮ ਮਿੱਤਰ ਹੈ, ਇੰਜੀਨੀਅਰ ਸਲੀਮ ਕਹਿੰਦੇ ਨੇ ਉਸ ਨੂੰ, ਪਿੱਛੋਂ ਜੈਪੁਰ ਤੋਂ ਆਏ, ਇੱਥੇ ਦਿੱਲੀ ਇੱਕ ਬੜੀ ਵੱਡੀ ਜਮਾਤ ਦਾ ਉਹ ਅਹੁਦੇਦਾਰ ਹੈ। ਉਹਨੇ ਬੜੀ ਵਧੀਆ ਗੱਲ ਸ਼ੁਰੂ ਕੀਤੀ। ਮੈਂ ਵੀ ਮਤਲਬ ਮਿਲਦੇ ਤੇ ਰਹੀਦਾ, ਪਰ ਕਈ ਵਾਰੀ ਕਈ ਗੱਲਾਂ ਤੁਹਾਡੇ ਨੋਟਸ ਵਿੱਚ ਨਹੀਂ ਆਉਂਦੀਆਂ। ਉਹਨੇ ਸ਼ੁਰੂ ਇੱਥੋਂ ਕੀਤਾ, ਕਹਿੰਦਾ मैं अल्लाह की वडियाई से मैं अपनी बात शुरू करता हूँ। भी वडियाई तो खुदा दी, बंदे दी कादी वडियाई है? वडियाई रब दी है। जे आप कहिए ना भी जे कोई वडियाई है दुनिया विच तो ये वड्डे कियां वडियाइयां किश कहना कहन ना जाए। सो करता कादर करीम दे जियां रिजक संभाहे। एडी वड्डी वडियाई है ओदी। वो कादर है, वो करता है, वो करीम है, वो सारे जीवां नूं रिजक दिंदा है। आ दिल्ली दे विच एक बोर्ड बिजली नहीं दे पा रहा सारी दिल्ली नूं, कई बोर्ड बने हुए ने। एक बोर्ड सारिਆਂ ਨੂੰ पानी नहीं सप्लाई कर पा रहा, कई बोर्ड बने हुए ने। इत्थे कई MCD बन गई, इत्थे कई सरकारां तुरियां फिरदियां ने, सारे नहीं कर पा रहे। पर रब किद्दां करदा भाई? 84 लाख जूनां नूं दे रहा रिजक, दे जियां रिजक संभाहे। सब जीवां नूं रिजक दिंदा है। वड्डे कीआं वडियाइयां किश कहना कहन ना जाए। ਉਹਦੇ ਬਾਰੇ ਕੁਝ ਕਿਹਾ ਜਾ ਹੀ ਨਹੀਂ ਸਕਦਾ। ਜੋ ਕਵਾਂਗੇ ਉਹ ਥੋੜਾ ਹੋਏਗਾ, ਜੋ ਕਵਾਂਗੇ ਉਹ ਘੱਟ ਹੋਏਗਾ। ਹਾਂਜੀ। ਵਿਚਰੋਂ ਜਹ ਇੱਛਾ ਉਰ ਤੇਰੇ, ਕਲਮਲ ਨਾਸੈ ਦਰਸ਼ਨ ਹੇਰੇ। ਆਪ ਜੀ ਜਿੱਥੇ ਮਰਜੀ ਵਿਚਰੋ, ਤੁਹਾਡੇ ਦਰਸ਼ਨ ਕੀਤਿਆਂ ਦੁਨੀਆ ਦੇ ਪਾਪ ਮਿਟਣਗੇ। ਹਾਂਜੀ। ਕਰੀ ਪਰਸ ਪਰ ਤਬ ਹੀ ਬੰਦਨ, ਤਹਿ ਤੇ ਗਮਣੇ ਦੁਖ ਨਿਕੰਦਨ। ਇਉਂ ਆਪਸ ਵਿੱਚ ਪਰਸਪਰ ਬੰਦਨਾ ਕੀਤੀ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਉਥੋਂ ਪ੍ਰਸਥਾਨ ਕੀਤਾ, ਚੱਲਣਾ ਕੀਤਾ। ਹਾਂਜੀ। ਕਿਤਕ ਦੂਰ ਤਬ ਹੀ ਚੱਲ ਆਏ, ਮਰਦਾਨੇ ਤਬ ਬਹਿਣ ਅਲਾਏ। ਜਦੋਂ ਕਾਫੀ ਦੂਰ ਉਥੋਂ ਆ ਗਏ ਤਦੋਂ ਫਿਰ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਹਾਂਜੀ। ਜੇਤੇ ਨਭ ਚਰ ਹੈ ਨਭ ਮਾਹੀ, ਧਰੁਵ ਮੰਡਲ ਸਭ ਤੇ ਉਰ ਤਾਹੀ। ਜੇਤੇ ਨਭ ਚਰ ਹੈ ਨਭ ਮਾਹੀ, ਧਰੁਵ ਮੰਡਲ ਸਭ ਤੇ ਉਰ ਤਾਹੀ। ਜਿੰਨੇ ਜੀਵ ਆਕਾਸ਼ ਵਿੱਚ ਨੇ ਉਹ ਵੀ ਧਰੁਵ ਮੰਡਲ ਤੋਂ ਥੱਲੇ ਨੇ, ਜਿਹੜੇ ਜੀਵ ਧਰਤੀ ਤੋਂ ਉੱਪਰ ਨੇ ਉਹ ਵੀ ਸਾਰੇ ਧਰੁਵ ਮੰਡਲ ਤੋਂ ਥੱਲੇ ਨੇ। ਭਾਈ ਮਰਦਾਨਾ ਜੀ ਨੇ ਸਤਿਗੁਰਾਂ ਤੋਂ ਪੁੱਛਿਆ। ਹਾਂਜੀ। ਭੂਤਲ ਤੇ ਊਰਦ ਹੈ ਜੇਤੋ, ਮੁਝੇ ਬਤਾਵੋ ਸ਼੍ਰੀ ਪ੍ਰਭ ਤੇਤੋ। ਸੱਚੇ ਪਾਤਸ਼ਾਹ ਭੂਤਲ ਤੇ ਊਰਦ ਇੱਕ ਵਾਰੀ ਮੈਨੂੰ ਦੱਸੋਗੇ? ਧਰਤੀ ਤੋਂ ਉਤਲੇ ਜੀਵ, ਆਕਾਸ਼ ਵਿੱਚ ਉੱਡਣ ਵਾਲੇ ਜੀਵ, ਇਹਨਾਂ ਸਾਰਿਆਂ ਤੋਂ ਜਿਹੜਾ ਧਰੁਵ ਮੰਡਲ ਹੈ ਉਹ ਉੱਚਾ ਹੈ, ਉੱਪਰ ਹੈ। ਹਾਂਜੀ। ਹਮ ਸੇ ਅਲਪਨ ਕੋ ਇਹ ਥਾਨਾ, ਤੁਮ ਬਿਨ ਕੌਣ ਦਿਖਾਏ ਮਹਾਨਾ। ਬਾਬਾ ਤੁਹਾਡੇ ਬਿਨਾ ਇਹ ਥਾਂ ਸਾਨੂੰ ਕਿੰਨੇ ਵਿਖਾਉਣਾ ਸੀ? ਅਸੀਂ ਤਾਂ ਅਲਪਗ ਜੀਵ, ਸ਼ਾਇਦ ਆਪਣੀ ਨਗਰੀ ਤੋਂ ਬਾਹਰ ਜਾ ਕੇ ਕੋਈ ਸ਼ਹਿਰ ਵੀ ਨਾ ਵੇਖ ਸਕਦੇ, ਪਰ ਤੁਸੀਂ ਇਹਨਾਂ ਗਗਨ ਮੰਡਲਾਂ ਤੱਕ ਸਾਨੂੰ ਲੈ ਕੇ ਗਏ। ਹਾਂਜੀ। ਸ਼੍ਰੀ ਗੁਰ ਕਹੈ ਸੁਨੋ ਮਰਦਾਨੇ, ਧਰੁਵ ਮੰਡਲ ਜੇਤੋ ਪਰਮਾਨੇ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆ ਸੁਣ, ਤੂੰ ਪੁੱਛਣਾ ਚਾਹੁੰਦਾ ਹੈ ਨਾ ਵੀ ਇਹ ਮੰਡਲ ਧਰਤੀ ਤੋਂ ਕਿੰਨਾ ਉੱਚਾ ਹੈ? ਹਾਂਜੀ। 39 ਲੱਖ ਜੋਜਨ ਊਚਾ, ਇਸ ਕੀ ਸਰਬਰ ਕੋ ਨਾ ਪਹੁੰਚਾ। ਇਹ 39 ਲੱਖ, 39 ਕਹਿੰਦੇ ਨੇ 39 ਨੂੰ,
40 ਹੋ ਜੇ ਤਾਂ ਅਸੀਂ 40 ਕਹਿੰਦੇ ਆ। 39 ਲੱਖ ਯੋਜਨ ਇਹ ਮੰਡਲ ਜਿਹੜਾ ਹੈ ਇਹ ਧਰਤੀ ਤੋਂ ਉੱਪਰ ਹੈ। ਤੇ ਇਹਦੇ ਬਰਾਬਰ ਕੋਈ ਹੋਰ ਦੂਸਰਾ ਹੈ ਹੀ ਨਹੀਂ। ਇਹਦੇ ਬਰਾਬਰ ਕਿਸੇ ਹੋਰ ਭਗਤ ਦਾ ਕੋਈ ਟਿਕਾਣਾ, ਕੋਈ ਥਾਂ, ਕੋਈ ਮੰਡਲ ਨਹੀਂ ਹੈ। ਪ੍ਰਭ ਜੀ ਮੁਝ ਇੱਕ ਅਵਰ ਬਤਾਵੋ, ਲੱਖ ਜਾਣ ਨਹਿ ਮਨ ਖੁਣ ਸਾਵੋ। ਆਖਿਆ ਬਾਬਾ ਇੱਕ ਗੱਲ ਹੋਰ ਦੱਸ ਦਿਓ, ਮੈਂ ਅਣਜਾਣ ਆ। ਇਹ ਨਾ ਕਹਿਣਾ ਕਿ ਘੜੀ ਘੜੀ ਮਰਦਾਨਾ ਬੋਲੀ ਜਾਂਦਾ, ਪੁੱਛੀ ਜਾਂਦਾ, ਚੁੱਪ ਹੀ ਨਹੀਂ ਕਰਦਾ। ਮੇਰੀ ਇੱਕ ਬੇਨਤੀ ਹੋਰ ਹੈ। ਹਾਂਜੀ। ਧਰੁਵ ਮੰਡਲ ਤੇ ਗਏ ਅਗਾਰੀ, ਕੀਤੀ ਦੂਰ ਕਹੋ ਸੁਖਕਾਰੀ। ਬਾਬਾ ਜਿਹੜਾ ਤੁਸੀਂ ਧਰੁਵ ਮੰਡਲ ਤੋਂ ਅੱਗੇ ਗਏ ਉਹ ਕਿੰਨੀ ਦੂਰ ਸੀ? ਚਲੋ ਇਹ ਤੇ 39 ਲੱਖ ਹੋ ਗਿਆ ਯੋਜਨ, ਪਰ ਉਸ ਤੋਂ ਅੱਗੇ ਜਿਹੜਾ ਗਏ ਉਹ ਕਿੰਨਾ ਹੈ? ਉਹ ਕਿੱਥੇ ਗਏ ਸੀ ਤੁਸੀਂ? ਅਪਰ ਮਾਨਸ ਸੁਣ ਮਰਦਾਨੇ, ਤੇਹ ਕੀ ਗਿਣਤੀ ਹਵੈ ਨਾ ਬਖਾਨੇ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਉਹਦੀ ਗਿਣਤੀ ਨਹੀਂ ਹੋ ਸਕਦੀ, ਨਾ ਜਾਣੀ ਜਾ ਸਕਦੀ ਹੈ, ਨਾ ਬਿਆਨੀ ਜਾ ਸਕਦੀ, ਕਹੀ ਜਾ ਸਕਦੀ ਹੈ। ਹਾਂਜੀ। ਨਾਮ ਅਨੰਤ ਅਲੇਖ ਅਪਾਰਾ, ਬ੍ਰਹਮਾਦਕ ਇਉ ਕਰਤ ਉਚਾਰਾ। ਨਾਮ ਅਨੰਤ, ਉਹਦਾ ਨਾਂ ਅਨੰਤ ਹੈ, ਅਲੇਖ ਹੈ, ਅਪਾਰ ਹੈ। ਬ੍ਰਹਮਾ ਆਦਿਕ ਨੇ ਇਉਂ ਹੀ ਕਿਹਾ ਹੈ ਉਹਦੇ ਘਰ ਬਾਰੇ, ਉਹਦੇ ਦੇਸ਼ ਬਾਰੇ, ਉਹਦੇ ਸਰੂਪ ਬਾਰੇ, ਉਹਦੀ ਸ਼ਕਤੀ ਬਾਰੇ ਕਿ ਉਹ ਅਨੰਤ ਹੈ, ਉਹ ਅਲੇਖ ਹੈ, ਉਹ ਅਪਾਰ ਹੈ। ਹਾਂਜੀ। ਦਇਆ ਧਾਰ ਦਿਖ ਰਾਵੈ ਜੇਤੋ, ਕਰਿਓ ਜੰਤ ਦੇਖਤ ਹੈ ਤੇਤੋ। ਇਸ ਕਰਕੇ ਦਇਆ ਧਾਰ ਦਿਖਰਾਵੇਂ ਜੇਤੋ, ਉਹ ਤਾਂ ਆਪ ਪਰਮੇਸ਼ਰ ਕਿਰਪਾ ਕਰਦਾ ਹੈ। ਜਿੰਨਾ ਕਿ ਕਿਸੇ ਨੂੰ ਵਿਖਾਉਂਦਾ ਹੈ ਉਹਨਾਂ ਕੁ ਕੋਈ ਵੇਖ ਲੈਂਦਾ ਹੈ। ਹਾਂਜੀ। ਓਰਕ ਕਹੂੰ ਨ ਪਾਇਓ ਕਾਹੂ, ਸਰਬ ਅਨੰਤ ਕਹੇ ਮਿਲ ਤਾਹੂ। ਇਸ ਕਰਕੇ ਓੜਕ ਕੋਈ ਨਹੀਂ ਕਹਿ ਸਕਦਾ ਅਖੀਰ। ਹੁਣ ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਪਰਮਾਤਮਾ ਦਾ ਓੜਕ ਕਿਸੇ ਨੇ ਵੀ ਨਹੀਂ ਪਾਇਆ। ਸਰਬ ਅਨੰਤ ਕਹੇ ਮਿਲ ਤਾਹੂ, ਅਨੰਤ ਕਹਿ ਕਹਿ ਕੇ ਜੀਵ ਜਿਹੜੇ ਨੇ ਉਸ ਪਰਮਾਤਮਾ ਵਿੱਚ ਜਾ ਕੇ ਅਭੇਦ ਹੋਏ ਨੇ। ਹਾਂਜੀ। ਧੰਨ ਧੰਨ ਭਾਖੇ ਮਰਦਾਨਾ, ਕਹੋ ਸਤ ਤੁਮ ਮਇਆ ਨਿਦਾਨਾ। ਭਾਈ ਮਰਦਾਨੇ ਨੇ ਸਤ ਸਤ ਕਹਿ ਕੇ ਬੋਲਿਆ, ਆਖਿਆ ਹੇ ਪਰਮੇਸ਼ਰ ਰੂਪ ਗੁਰੂ ਨਾਨਕ, ਤੁਸੀਂ ਸੱਚ ਕਥਨ ਕੀਤਾ ਹੈ, ਉਸ ਪਰਮਾਤਮਾ ਦੇ ਬਾਰੇ ਸਮਝਾਇਆ ਹੈ। ਨਿਰੰਕਾਰ ਤੁਮ ਮਹਿ ਨਹਿ ਭੇਦਾ, ਕਾਰਨ ਕਰਨ ਅਕਾਲ ਅਛੇਦਾ। ਪਰ ਬਾਬਾ ਤੇਰੇ ਤੇ ਰੱਬ ਵਿੱਚ ਕੀ ਫਰਕ ਹੈ? ਉਸ ਨਿਰੰਕਾਰ ਦੇ ਵਿੱਚ ਤੇ ਤੁਹਾਡੇ ਵਿੱਚ ਤੁਸੀਂ ਵੀ ਕਰਨ ਕਾਰਨ ਹਾਰ ਹੋ, ਅਕਾਲ ਹੋ, ਅਛੇਦ ਹੋ। ਹਾਂਜੀ। ਅਬ ਭੂਤਲ ਕੋ ਆਪ ਪਧਾਰੇ, ਕੌਣ ਦੇਸ਼ ਆਏ ਪੰਥ ਅਗਾਰੇ। ਬਾਬਾ ਹੁਣ ਆਪਾਂ ਕਿਹੜੇ ਦੇਸ਼ ਪਹੁੰਚ ਗਏ? ਕਿਹੜੀ ਧਰਤੀ ਤੇ ਆ ਗਏ? ਕਿਹੜਾ ਦੇਸ਼ ਹੈ ਜਿੱਥੇ ਹੁਣ ਆਪਾਂ ਪਹੁੰਚੇ ਆ? ਹਾਂਜੀ। ਕਿਤਕ ਦੇਰ ਮਹਿ ਚਲੋ ਗੁਸਾਈ, ਸੁਨ ਕਰ ਸ਼੍ਰੀ ਗੁਰ ਗਿਰਾ ਅਲਾਈ। ਹੁਣ ਇੱਥੋਂ ਪਤਾ ਲੱਗਦਾ ਗੁਰੂ ਨਾਨਕ ਕਿੰਨੇ ਵੱਡੇ ਨੇ। ਕੋਈ ਨੈਵੀਗੇਸ਼ਨ ਨਹੀਂ ਸੀ ਹੁੰਦਾ ਉਦੋਂ ਕਿ ਸਾਨੂੰ ਪਤਾ ਲੱਗ ਜੇ ਅਸੀਂ ਕਿੱਥੇ ਆ ਗਏ ਨੇ, ਆ ਗਏ ਆ, ਕਿਹੜਾ ਸ਼ਹਿਰ ਹੈ। ਤੁਸੀਂ ਬਾਈ 에ਅਰ ਵੀ ਜਦੋਂ ਤੁਸੀਂ ਟਰੈਵਲ ਕਰਦੇ ਹੋ ਤੇ ਤੁਹਾਡੇ ਅੱਗੇ ਮੈਪ ਹੈ, ਤੁਹਾਨੂੰ ਪਤਾ ਤੁਹਾਡਾ ਜਹਾਜ਼ ਕਿਹੜੇ ਦੇਸ਼ ਦੇ ਉੱਤੋਂ ਦੀ ਜਾ ਰਿਹਾ। ਤੁਸੀਂ ਟ੍ਰੇਨ 'ਚ ਬੈਠੇ ਹੋ, ਦਿੱਲੀ ਦੇ ਵਿੱਚ ਜਿਹੜੀ ਮੈਟਰੋ ਚੱਲਦੀ ਹੈ ਉਹ ਦੱਸਦੀ ਹੈ ਕਿਹੜਾ ਸਟੇਸ਼ਨ ਤੁਸੀਂ ਲੰਘ ਗਏ ਹੋ, ਕਿਹੜਾ ਆਉਣ ਵਾਲਾ ਹੈ, ਕਿੰਨੇ ਮਿੰਟ ਆ ਗਏ ਹੋ, ਕਿੰਨੇ ਮਿੰਟ ਰਹਿੰਦੇ ਨੇ। ਤੁਹਾਡੇ ਆਪਣੇ ਫੋਨ ਵਿੱਚ ਅੱਜ ਨੈਵੀਗੇਸ਼ਨ ਹੈਗਾ, ਤੁਸੀਂ ਝਟ ਪਤਾ ਕਰ ਸਕਦੇ ਹੋ, ਰਸਤੇ ਲੱਭ ਸਕਦੇ ਹੋ। ਇੱਥੋਂ ਸਮਝ ਆਉਣੀ ਚਾਹੀਦੀ ਗੁਰੂ ਨਾਨਕ ਕਿੱਡੇ ਵੱਡੇ ਸਨ, ਕਿਹੜੇ ਕਿਹੜੇ ਰਸਤੇ ਤੋਂ ਕਿਵੇਂ ਕਿਵੇਂ ਚਲੇ ਗਏ, ਕੌਣ ਲੈ ਕੇ ਗਿਆ।
ਕਿਵੇਂ ਪਤਾ ਲੱਗਦਾ ਸੀ ਦੂਜਾ ਦੇਸ਼ ਕਿਹੜੇ ਪਾਸੇ ਹੈ? ਅੱਜ ਅਗਰ ਸਮੁੰਦਰੀ ਜਹਾਜ਼ ਜਾ ਰਹੇ ਨੇ, ਐਰੋਪਲੇਨ ਜਾ ਰਹੇ ਨੇ, ਤੇ ਉਹਨਾਂ ਦੇ ਅੱਗੇ ਇੱਕ ਬਕਾਇਦਾ ਇੱਕ ਨੈਵੀਗੇਸ਼ਨ ਹੈ, ਉਹਨਾਂ ਨੂੰ ਦੱਸਿਆ ਜਾ ਰਿਹਾ ਹੈ, ਰੂਟ ਸਮਝਾਇਆ ਜਾ ਰਿਹਾ ਹੈ। ਕਿ ਤੁਸੀਂ ਕਿਸ ਪਾਸੇ ਤੋਂ ਜਾਣਾ ਹੈ। ਇਹ ਤਾਂ ਕੋਈ ਪਾਇਲਟ ਮਿਲੇ ਨਾ ਤਾਂ ਉਹਨੂੰ ਪੁੱਛ ਕੇ ਵੇਖਣਾ। ਕਈ ਵਾਰੀ ਤੁਸੀਂ ਜਹਾਜ਼ ਵਿੱਚ ਬੜਾ ਲੰਬਾ ਸਫ਼ਰ ਕਰਦੇ ਹੋ ਤੇ 2 4 5 ਵਾਰੀ ਤੁਹਾਨੂੰ ਬੈਲਟ ਵੀ ਲਾਉਣੀ ਪੈਂਦੀ ਹੈ। 2 4 5 ਵਾਰੀ ਜਹਾਜ਼ ਵੀ ਚੁੱਕ ਕੇ ਮਾਰਿਆ ਜਾਂਦਾ ਹੈ। ਪਰ ਕਈ ਰੂਟ ਨੇ ਉਹ ਬੜੇ ਸਮੂਥ ਜਾਂਦੇ ਨੇ। ਮੈਨੂੰ ਇੱਕ ਪਾਇਲਟ ਨੇ ਦੱਸਿਆ, ਕਹਿਣ ਲੱਗਾ ਗਿਆਨੀ ਜੀ ਕੁਝ ਰਸਤੇ ਨੇ ਉਹਦੇ 'ਚ ਘੰਟਾ 2 ਘੰਟੇ ਦਾ ਸਫ਼ਰ ਲੰਬਾ ਹੈ, ਪਰ ਉਹਦੇ ਵਿੱਚ ਜ਼ਿਆਦਾ ਮੁਸ਼ਕਲ ਨਹੀਂ ਆਉਂਦੀ। ਕੁਝ ਰਸਤੇ ਇੱਦਾਂ ਦੇ ਨੇ ਜਿਹਦੇ ਵਿੱਚ ਮੁਸ਼ਕਲ ਆਉਂਦੀ ਹੈ। ਹੁਣ ਕਈ ਪਾਇਲਟ ਰਿਸਕ ਲੈਂਦੇ ਨੇ, ਕਈ ਬਿਲਕੁਲ ਨਹੀਂ ਲੈਂਦੇ। ਕਈਆਂ ਨੂੰ ਸ਼ੌਕ ਹੈ। ਵਕੀਲਾਂ ਵਾਲਾ ਕੰਮ ਹੀ ਹੈ ਨਾ ਵੀ ਜਦੋਂ ਬਹੁਤਾ ਕੋਈ ਅੜਿਆ ਕੇਸ ਹੋਵੇ ਤਾਂ ਉਹਨਾਂ ਦੇ ਉਹ ਕਹਿੰਦੇ ਵੀ ਸਾਡੀ ਤਾਂ ਪ੍ਰੈਕਟਿਸ ਹੋ ਰਹੀ ਹੈ। ਡਾਕਟਰਾਂ ਦਾ ਵੀ ਇੱਦਾਂ ਹੀ ਹੈ, ਜਿੰਨਾ ਵਿਗੜਿਆ ਕੇਸ ਆਏਗਾ ਉਹਨਾਂ ਉਹਦਾ ਗਿਆਨ ਵੱਡਾ ਹੋਏਗਾ, ਕਿਉਂਕਿ ਜਿਹੋ ਜਿਹੇ ਵਿਗੜੇ ਕੇਸ ਠੀਕ ਕਰਦੇ ਜਾਣਗੇ ਉਵੇਂ ਉਵੇਂ ਡਾਕਟਰ ਵੱਡਾ ਹੁੰਦਾ ਤੁਰਿਆ ਜਾਏਗਾ। ਪਰ ਗੁਰੂ ਨਾਨਕ ਸਾਹਿਬ ਨੂੰ ਕਿੱਦਾਂ ਪਤਾ ਲੱਗਦਾ ਹੈ ਕਿੱਥੇ ਆ ਗਏ ਆ, ਕਿੱਥੇ ਚਲੇ ਆ, ਕਿੱਧਰ ਜਾਣਾ ਹੈ? ਇੱਥੋਂ ਸਮਝ ਆਉਣੀ ਚਾਹੀਦੀ ਕਿ ਗੁਰੂ ਨਾਨਕ ਆਪ ਪਰਮੇਸ਼ਰ ਹੈ। ਇਸ ਕੁਦਰਤ ਨੂੰ ਕਰਤਾ ਹੀ ਜਾਣਦਾ ਹੈ। ਜੇ ਕਹੀਏ ਨਾ ਕੁਦਰਤ ਦਾ ਭੇਦ ਬੰਦਾ ਪਾ ਸਕਦਾ ਹੈ, ਨਹੀਂ, ਬੰਦੇ ਨੂੰ ਇਸ ਦਾ ਭੇਦ ਨਹੀਂ ਹੈ। ਪੁੱਛਿਆ ਮਰਦਾਨੇ ਨੇ, ਬਾਬਾ ਆਪਾਂ ਕਿੱਥੇ ਆ ਗਏ ਆ? ਇਹ ਕਿਹੜਾ ਦੇਸ਼ ਹੈ ਹੁਣ ਜਿੱਥੇ ਪਹੁੰਚੇ ਆਪਾਂ? ਹਾਂਜੀ। ਸੂਰਤ ਬੰਦਰ ਆਵਈ, ਨਟਕਾ ਚਪਟਾ ਫੇਰ। ਸਤਿਗੁਰੂ ਜੀ ਕਹਿਣ ਲੱਗੇ ਹੁਣ ਆਪਾਂ ਸੂਰਤ ਬੰਦਰ ਆਏ ਆ, ਇੱਕ ਜਗ੍ਹਾ ਦਾ ਨਾਮ ਹੈ। ਇਸ ਤੋਂ ਅੱਗੇ ਸਤਿਗੁਰੂ ਕਹਿੰਦੇ ਫਿਰ ਨਟਕਾ ਆਏਗਾ, ਫਿਰ ਚਪਟਾ ਆਏਗਾ। ਹਾਂਜੀ। ਮਛਲੀ ਬੰਦਰ ਜਾਏ ਪੁਨ, ਸ਼ੀਗਰ ਕਰੈ ਨਾ ਦੇਰ। ਇਸ ਤੋਂ ਬਾਅਦ ਕਹਿੰਦੇ ਆਪਾਂ ਮਛਲੀ ਬੰਦਰ ਜਾਵਾਂਗੇ। ਉੱਥੇ ਜਾਂਦੇ ਆ ਬਹੁਤਾ ਆਪਾਂ ਨੂੰ ਸਮਾਂ ਨਹੀਂ ਲੱਗਣਾ। ਹਾਂਜੀ। ਇਸ ਪ੍ਰਕਾਰ ਕੇ ਬਚਨ ਬਿਲਾਸਾ, ਕਰਤ ਚਲਤ ਸਿੱਖਣ ਸੁਖ ਰਾਸਾ। ਬਚਨ ਬਿਲਾਸ ਕਰਦੇ ਸੁੱਖਾਂ ਦੀ ਰਾਸ, ਸਿੱਖਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਚੱਲ ਰਹੇ ਨੇ। ਹਾਂਜੀ। ਸੀਲਾਗਰ ਪਰ ਜਬ ਚੱਲ ਆਏ, ਮਰਦਾਨੇ ਤਬ ਬਹਿਣ ਅਲਾਏ। ਇੱਥੇ ਹੁਣ ਇੱਕ ਪਹਾੜ ਆਇਆ ਹੈ, ਉਹਦਾ ਨਾਂ ਹੈ ਸਿਲਾਗਿਰ। ਜਦੋਂ ਇੱਥੇ ਪਹੁੰਚੇ ਤੇ ਫਿਰ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਦੇ ਨੇ। ਹਾਂਜੀ। ਇਸ ਪਰਬਤ ਸੁੰਦਰ ਕੇ ਮਾਹੀ, ਰਹਿਤ ਸੰਤ ਕਹਿ ਦੋ ਕੋ ਨਾਹੀ। ਆਖਿਆ ਬਾਬਾ ਇੱਥੇ ਵੀ ਕੋਈ ਸੰਤ ਰਹਿੰਦਾ ਹੈ? ਭਾਈ ਮਰਦਾਨੇ ਨੂੰ ਸਮਝ ਆ ਗਈ ਸੀ ਵੀ ਬਾਬਾ ਚੰਗੇ ਬੰਦਿਆਂ ਕੋਲ ਹੀ ਪਹਿਲਾਂ ਜਾਂਦਾ ਹੈ। ਠੀਕ ਹੈ, ਜਾਂਦਾ ਮਾੜਿਆਂ ਕੋਲ ਵੀ ਹੈ, ਪਰ ਆਮ ਕਰਕੇ ਉੱਥੇ ਹੀ ਜਾਂਦਾ ਜਿੱਥੇ ਧਾਰਮਿਕ ਲੋਕ ਰਹਿੰਦੇ ਨੇ। ਪੁੱਛਿਆ ਬਾਬਾ ਇੱਥੇ ਵੀ ਕੋਈ ਸੰਤ ਮਹਾਂਪੁਰਖ ਹੈ? ਇੱਥੇ ਵੀ ਕੋਈ ਰਿਸ਼ੀ ਮੁਨੀ ਰਹਿੰਦਾ ਇਸ ਧਰਤੀ ਦੇ ਉੱਪਰ? ਹਾਂਜੀ। ਪਸ ਪੰਖੀ ਕੋ ਨਜ਼ਰ ਨ ਆਵੇ, ਸੂਨੋ ਸਭ ਇਸ ਥਾਨ ਦਿਖਾਵੇ। ਪਰ ਸੱਚੇ ਪਾਤਸ਼ਾਹ ਨਾ ਤਾਂ ਕੋਈ ਪੰਛੀ ਨਜ਼ਰ ਆਉਂਦਾ, ਨਾ ਕੋਈ ਇਨਸਾਨ ਨਜ਼ਰ ਆਉਂਦਾ। ਖਾਲੀ ਖਾਲੀ ਥਾਂ ਹੈ, ਕੋਈ ਬਨਸਪਤੀ ਨਹੀਂ, ਕੋਈ ਪੇੜ ਪੌਦੇ ਨਹੀਂ, ਕੋਈ ਪੰਛੀ, ਕੋਈ ਜਾਨਵਰ ਨਹੀਂ, ਕੋਈ ਮਨੁੱਖ ਨਹੀਂ, ਸਭ ਖਾਲੀ ਸੁੰਨਾ ਇਹ ਦੇਸ਼, ਇਹ ਪਹਾੜ ਨਜ਼ਰ ਆਉਂਦਾ ਹੈ। ਹਾਂਜੀ। ਸ਼੍ਰੀ ਗੁਰ ਕਹੇ ਸੁਦਾ ਤੋਹਿ ਲਾਗੀ, ਕਿਉ ਕਰ ਬੂਝਤ ਹੈ ਵੱਡ ਭਾਗੀ। ਤੇ ਸਤਿਗੁਰੂ ਕਹਿਣ ਲੱਗੇ ਕਿ ਮਰਦਾਨਿਆ ਕਿਤੇ ਭੁੱਖ ਤੇ ਨਹੀਂ ਲੱਗੀ? ਕਿ ਤੂੰ ਪੁੱਛਣ ਲੱਗ ਗਿਆ ਬਾਬਾ ਇੱਥੇ ਤੇ ਕੋਈ ਵੀ ਨਹੀਂ ਹੈਗਾ ਤੇ ਖਵਾਏਗਾ ਕੌਣ? ਫਲ ਵੀ ਨਹੀਂ ਹੈਗੇ ਵੀ ਚਲੋ ਬੰਦਾ ਤੋੜ ਕੇ ਖਾ ਲੇ, ਮਨੁੱਖ ਵੀ ਕੋਈ ਨਹੀਂ ਹੈਗਾ ਕਿਸੇ ਕੋ ਮੰਗ ਕੇ ਲੈ ਕੇ ਖਾ ਲਵੇ। ਹਾਂਜੀ। ਇਸ ਗਿਰ ਪਰ ਨਰ ਰਹਿਤ ਨ ਕੋ,
ਅਗਲੋ ਥਲ ਅਵਲੋਕਤ ਜੋ। ਸਤਿਗੁਰੂ ਕਹਿਣ ਲੱਗੇ, ਹਾਂ ਮਰਦਾਨਿਆ, ਇੱਥੇ ਕੋਈ ਨਹੀਂ ਰਹਿੰਦਾ। ਇਸ ਤੋਂ ਅਗਲਾ ਦੇਸ਼ ਜਿਹੜਾ ਆਏਗਾ ਉੱਥੇ ਲੋਕ ਬਹੁਤ ਰਹਿੰਦੇ ਨੇ। ਹਾਂਜੀ। ਤੇਹ ਪਰ ਰਹਿਤ ਰਿਖੀ ਸ਼ੁਰ ਪੂਰੰ, ਤਰਵਰ ਬਹੁ ਲਾਗੇ ਫਲ ਰੂਰੰ। ਉੱਥੇ ਬੜੇ ਪਿਆਰੇ ਦਰਖਤ ਵੀ ਨੇ ਤੇ ਬੜੇ ਬੜੇ ਮਿੱਠੇ ਫਲ ਵੀ ਨੇ। ਉੱਥੇ ਬੜੇ ਬੜੇ ਵੱਡੇ ਰਿਸ਼ੀ ਮੁਨੀ ਸੰਤ ਰਹਿੰਦੇ ਨੇ ਔਰ ਵੱਡੀ ਗਿਣਤੀ ਵਿੱਚ ਰਹਿੰਦੇ ਨੇ। ਪੂਰੰਗ ਦਾ ਅਰਥ ਹੁੰਦਾ ਬਹੁਤੇ ਰਹਿੰਦੇ ਨੇ ਉੱਥੇ। ਹਾਂਜੀ। ਜੇ ਕਰ ਤਬ ਮੈਂ ਹਵੈ ਚਾਹੀ, ਚੱਲ ਕਰ ਤਹਿ ਫਲ ਲੀਜੈ ਖਾਹੀ। ਜੇ ਤੈਨੂੰ ਭੁੱਖ ਲੱਗੀ ਹੈ ਤੇ ਬਸ ਫਿਰ ਆਪਾਂ ਹੁਣ ਇਸ ਤੋਂ ਬਾਅਦ ਉਸੇ ਦੇਸ਼ ਜਾਣਾ ਹੈ। ਉੱਥੇ ਜਾ ਕੇ ਤੂੰ ਫਲ ਖਾਵੀਂ, ਬੜੇ ਬੜੇ ਸੁੰਦਰ ਫਲ ਤੈਨੂੰ ਪ੍ਰਾਪਤ ਹੋਣਗੇ। ਹਾਂਜੀ। ਸ਼੍ਰੀ ਪ੍ਰਭ ਸੁਣੀਐ ਸ਼ੁਧਾ ਨ ਕੋਈ, ਜਬ ਕੋ ਬਰ ਦੇ ਕਰ ਤੁਮ ਖੋਈ। ਆਖਿਆ ਬਾਬਾ ਭੁੱਖ ਨਹੀਂ ਹੈ, ਤੁਸਾਂ ਵਰ ਦਿੱਤਾ ਸੀ, ਸਾਰੀਆਂ ਭੁੱਖਾਂ ਮਿਟ ਗਈਆਂ, ਨਹੀਂ ਕੋਈ ਇੱਛਾ ਨਹੀਂ ਹੈ ਖਾਣ ਦੀ। ਰਹੋ ਆਨੰਦ ਸਦਾ ਉਰ ਮਾਹੀ, ਖਾਵਣ ਚਾਹ ਹੋਤ ਕਬ ਨਾਹੀ। ਇਸ ਕਰਕੇ ਮੈਂ ਆਨੰਦ ਵਿੱਚ ਰਹਿਣਾ। ਭੁੱਖ ਤੁਸੀਂ ਮੇਰੀ ਮਿਟਾ ਦਿੱਤੀ ਹੈ। ਖਾਵਣ ਚਾਹ ਹੋਤ ਕਬ ਨਾਹੀ, ਕਦੇ ਇੱਛਾ ਆਉਂਦੀ ਨਹੀਂ ਖਾਣ ਦੀ। ਕਦੇ ਮੈਂ ਆਪ ਜੀ ਨੂੰ ਕੀਤੀ ਨਹੀਂ ਬੇਨਤੀ ਵੀ ਬਾਬਾ ਮੈਨੂੰ ਭੁੱਖ ਲੱਗੀ ਹੈ, ਤੁਸੀਂ ਹੀ ਕਿਰਪਾ ਕੀਤੀ ਹੈ। ਤੁਹਾਡੇ ਅੱਗੇ ਮੈਂ ਅਰਦਾਸ ਕੀਤੀ ਸੀ ਕਿ ਬਾਬਾ ਜਾਂ ਤੇ ਸਾਨੂੰ ਵੀ ਆਪਣੇ ਵਰਗਾ ਬਣਾ ਲੈ ਜਾਂ ਫਿਰ ਸਾਡੇ ਖਾਣ ਪੀਣ ਦਾ ਪ੍ਰਬੰਧ ਕਰ ਲੈ। ਹਾਂਜੀ। ਕਹਿਤ ਸੁਣਤ ਤਹਿ ਗਿਰ ਪਰ ਆਏ, ਜਹਾਂ ਬਿਪਟ ਫਲ ਸਹਿਤ ਸੁਹਾਏ। ਇਸ ਤੋਂ ਅਗਲਾ ਜਿਹੜਾ ਪਹਾੜ ਸੀ, ਸਤਿਗੁਰੂ ਉੱਥੇ ਪਹੁੰਚੇ ਨੇ। ਉੱਥੇ ਬੜੇ ਸੁੰਦਰ ਬ੍ਰਿਕਸ਼ ਨੇ, ਬੜੇ ਬੜੇ ਫਲ ਵਾਲੇ ਉੱਥੇ ਪੇੜ ਪੌਦੇ ਨੇ, ਬੜੀ ਸੁੰਦਰ ਉੱਥੇ ਬਨਸਪਤੀ ਹੈ। ਹਾਂਜੀ। ਅਨਕ ਰੰਗ ਕੇ ਸੁਮਨ ਸੁਹਾਵਨ, ਜਿਨ ਪਰ ਭੌਰੇ ਕਰੇ ਪਰਮਾਵਨ। ਇੱਥੇ ਬੜੇ ਬੜੇ ਸੁੰਦਰ ਫੁੱਲ ਨੇ ਤੇ ਫੁੱਲਾਂ ਦੇ ਉੱਤੇ ਬੜੇ ਬੜੇ ਸੁੰਦਰ ਰੰਗਾਂ ਦੇ ਭੌਰੇ ਵੀ ਟਹਿਕਦੇ ਨੇ। ਔਰ ਇਹ ਜ਼ਰੂਰ ਆਪ ਜੀ ਜਾਣਦੇ ਹੋਵੋਗੇ ਕਿ ਅਗਰ ਭੌਰੇ ਨਾ ਹੋਣ, ਤਿਤਲੀਆਂ ਨਾ ਹੋਣ, ਤੇ ਇਹ ਜਿਹੜੇ ਫੁੱਲਾਂ ਤੇ ਫਲਾਂ ਦੇ ਵਿੱਚ ਬੀਜ ਪੈਂਦੇ ਨੇ ਜਾਂ ਫੁੱਲਾਂ ਤੋਂ ਜਿਹੜੇ ਫਲ ਬਣਦੇ ਨੇ, ਇਹ ਬਣ ਹੀ ਨਹੀਂ ਸਕਦੇ। ਇਹਦਾ ਜਿਹੜਾ ਨਰਮਦੀਨ ਦਾ ਜਿਹੜਾ ਮਲਾਪ ਹੈ, ਮਕਰੰਦ ਦਾ, ਉਹ ਇਹਨਾਂ ਜੀਵਾਂ ਦੇ ਰਾਹੀਂ ਹੁੰਦਾ ਹੈ। ਬੜੀ ਬਾ ਕਮਾਲ ਕੁਦਰਤ ਹੈ। ਕਦੇ ਬਾਗਬਾਨੀ ਦਾ ਤੁਸੀਂ ਕਦੇ ਪਤਾ ਕਰਕੇ ਵੇਖਿਓ, ਇਹਨਾਂ ਵਿੱਚ ਵੀ ਮੇਲ ਫੀਮੇਲ ਹੈ, ਇਹਨਾਂ ਵਿੱਚ ਵੀ ਨਰਮਦੀਨ ਨੇ। ਜਦੋਂ ਤੁਸੀਂ ਕੋਈ ਬਾਗ ਲਾਓਗੇ, ਕੋਈ ਬਗੀਚੇ ਲਾਓਗੇ, ਫਿਰ ਉਹਦੇ ਵਿੱਚ ਜਿਹੜੇ ਸਿਆਣੇ ਇਸ ਖੇਤਰ ਦੇ ਜਿਹੜੇ ਐਕਸਪਰਟ ਨੇ, ਜਿਹੜੇ ਸਪੈਸ਼ਲਿਸਟ ਲੋਕ ਨੇ, ਉਹ ਤੁਹਾਨੂੰ ਆ ਕੇ ਦੱਸਣਗੇ ਵੀ ਆਹ ਪੌਦਾ ਇਹਦੇ ਲਾਗੇ ਲਾਉਣਾ, ਇਹ ਪੌਦਾ ਇੱਥੋਂ ਪੁੱਟ ਕੇ ਦੂਜੀ ਥਾਂ ਤੇ ਲਾਉਣਾ ਹੈ। ਨਹੀਂ ਤੇ ਕਈ ਵਾਰੀ ਆਪ ਜੀ ਨੇ ਸੁਣਿਆ ਹੋਏਗਾ ਵੀ ਉਹਨਾਂ ਨੇ ਬਾਗ ਲਾਇਆ, ਬਾਗ ਨੂੰ ਫਲ ਹੀ ਨਹੀਂ ਲੱਗਦਾ। ਉਹਦਾ ਕਾਰਨ ਸੀ ਕਿ ਲੋਕਾਂ ਨੂੰ ਉਦੋਂ ਇਸ ਗੱਲ ਦੀ ਖੋਜ ਨਹੀਂ ਸੀ। ਅੱਜ ਵਿਗਿਆਨ ਨੇ ਇਸ ਗੱਲ ਵਿੱਚ ਸਾਡੀ ਬੜੀ ਮਦਦ ਕੀਤੀ ਹੈ। ਇਸ ਜਿਹੜਾ ਭੇਦ ਹੈ ਇਹਨੂੰ ਸਮਝਾਇਆ ਹੈ। ਆ ਕਿੰਨੂ ਹੈ, ਸੰਤਰਾ ਹੈ। ਆਮ ਕਰਕੇ ਆਪਾਂ ਇੱਕ ਸੋਚਦੇ ਹਾਂ ਵੀ ਜਿਹੜਾ ਫਲ ਹੈ ਜਦੋਂ ਪੱਕ ਜਾਏ ਤੇ ਉਹ ਡਿੱਗ ਪੈਂਦਾ ਹੈ, ਪਰ ਇਸ ਖੇਤਰ ਦੇ ਆਦਮੀ ਕਹਿੰਦੇ ਕਿ ਜਿਹੜਾ ਕਿੰਨੂ, ਸੰਤਰਾ, ਕੋਈ ਮਾਲਟਾ, ਮਸੰਮੀ ਜ਼ਮੀਨ ਤੇ ਡਿੱਗ ਪਈ ਹੈ ਨਾ, ਪੌਦੇ ਤੋਂ ਟੁੱਟ ਕੇ, ਉਹਦਾ ਜੂਸ ਕਦੇ ਨਾ ਪੀਣਾ। ਅਗਰ ਉਹਨੂੰ ਕੀੜਾ ਨਾ ਲੱਗਦਾ ਤੇ ਉਹਨੇ ਟੁੱਟਣਾ ਹੀ ਨਹੀਂ ਸੀ, ਜੋ ਮਰਜ਼ੀ ਹੋ ਜਾਂਦਾ। ਮੈਂ ਤਾਂ ਆਪ ਸੁਣ ਕੇ ਹੈਰਾਨ ਹੋ ਗਿਆ ਇੱਕ ਦਿਨ ਵੀ ਇਦਾਂ ਵੀ ਹੁੰਦਾ ਹੈ। ਅਸੀਂ ਸੋਚਦੇ ਵੀ ਜ਼ਿਆਦਾ ਮਿੱਠਾ ਹੋਏਗਾ, ਉਹ ਜ਼ਿਆਦਾ ਮਿੱਠਾ ਨਹੀਂ ਹੈ, ਉਹਨੂੰ ਕੀੜਾ ਲੱਗਾ ਹੈ, ਕੀੜੇ ਨੇ ਉਹਨੂੰ ਫਲ ਤੋਂ ਤੋੜ ਦਿੱਤਾ ਹੈ। ਲਤਾ ਬਹੁਤ ਜਿਨ ਸੋ ਉਰ ਚਾਨੀ,
ਸੁੰਦਰ ਅਤ ਛਾਇਆ ਸੁਖ ਦਾਨੀ। ਇੱਥੇ ਫੁੱਲ ਬੜੇ ਸੁੰਦਰ ਸੀ, ਫੁੱਲਾਂ ਦੇ ਉੱਤੇ ਟਹਿਕਣ ਵਾਲੇ ਭੌਰੇ ਰੰਗ ਬਰੰਗੇ ਸਨ। ਇੱਥੇ ਬੜੀਆਂ ਸੁੰਦਰ ਵੇਲਾਂ ਸਨ। ਇਹਨਾਂ ਪਹਾੜਾਂ ਦੇ ਉੱਪਰ ਬੜੀ ਸੁੰਦਰ ਵੇਲਾਂ ਦੀ ਛਾਇਆ ਸੀ, ਬੜੀ ਸੁੰਦਰ ਛਾਂ ਸੀ। ਜੇ ਉੱਥੇ ਆਪ ਜੀ ਨੇ ਕਿਸੇ ਨੇ ਬੈਠਣਾ ਹੋਵੇ ਤੇ ਉਹ ਦੇਸ਼ ਐਸਾ ਸੀ ਜਿੱਥੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਉਹਨਾਂ ਨੂੰ ਲੈ ਕੇ ਪਹੁੰਚੇ ਨੇ। ਇਹ ਸਿਲਾਗਿਰ ਪਹਾੜ ਤੋਂ ਅੱਗੇ ਹੈ। ਹਾਂਜੀ। ਅਨਕ ਬਿਦਨ ਲਾਗੇ ਫਲ ਸਰਸੰ ਸਾਖਾ ਭਾਰ ਭੂਮ ਸੋ ਪਰਸੰ। ਇੱਥੇ ਬੜੇ ਸੁੰਦਰ ਫਲ ਲੱਗੇ ਨੇ। ਫਲ ਇਹਨੇ ਕਿ ਦਰਖਤਾਂ ਦੀਆਂ ਸ਼ਾਖਾ ਝੁਕੀਆਂ ਹੋਈਆਂ ਨੇ, ਝੁਕੀਆਂ ਇੰਨੀਆਂ ਨੇ ਕਿ ਝੁਕ ਕੇ ਮੁੜ ਕੇ ਉਹ ਵਾਪਸ ਧਰਤੀ ਨੂੰ ਛੋਹ ਰਹੀਆਂ ਨੇ। ਹਾਂਜੀ। ਮਨੋ ਅਥਿਤ ਜੋ ਆਵਤ ਪਾਸਾ ਦੇਨੈ ਹੇਤ ਚੁਕੇ ਫਲ ਰਾਸਾ। ਇਹ ਮਨੋ ਅਥਿਤ ਜੋ ਆਵਤ ਪਾਸਾ। ਹੁਣ ਇੱਥੇ ਕਵੀ ਨੇ ਇੱਕ ਅਲੰਕਾਰ ਦਰਜ ਕੀਤਾ ਹੈ। ਉਹ ਕਹਿੰਦੇ ਇੰਜ ਲੱਗਦਾ ਵੀ ਇਹਨਾਂ ਪੌਦਿਆਂ ਨੂੰ ਫਲ ਲੱਗੇ ਨੇ। ਫਲ ਇੰਨੇ ਲੱਗੇ ਵੀ ਇਹ ਝੁਕ ਗਏ। ਤੇ ਝੁਕੇ ਕਿਉਂ ਨੇ? ਕਹਿੰਦੇ ਝੁਕੇ ਇਸ ਕਰਕੇ ਨੇ ਵੀ ਜੇ ਕੋਈ ਅਤਿਥੀ ਆਵੇ, ਕੋਈ ਮਹਿਮਾਨ ਆਵੇ, ਕੋਈ ਪ੍ਰਾਹੁਣਾ ਆਵੇ ਸਾਡੇ ਦੇਸ਼, ਤੇ ਉਹਨੂੰ ਫਲ ਤੋੜਨ ਵਾਸਤੇ ਖੇਚਲ ਨਾ ਕਰਨੀ ਪਵੇ। ਉਹ ਆਪ ਹੀ ਝੁਕੇ ਨੇ, ਨੀਵੇਂ ਆ ਗਏ ਨੇ ਕਿ ਬੜੇ ਆਰਾਮ ਨਾਲ ਆਦਮੀ ਨਾਲੇ ਬਾਗ ਵਿੱਚ ਤੁਰ ਸਕਦਾ, ਨਾਲੇ ਤੋੜ ਕੇ ਫਲ ਖਾ ਸਕਦਾ। ਫਲਾਂ ਦੇ ਝੁਕਣ ਦਾ ਇੱਕ ਪੱਖ ਕਿ ਉਹ ਆਏ ਅਤਿਥੀ ਮਹਿਮਾਨ ਦੀ ਸੇਵਾ ਕਰਨੀ ਚਾਹੁੰਦੇ ਨੇ। ਹਾਂਜੀ। ਬਿਨ ਹੀ ਸ਼ਰਮ ਲੈ ਤੋਰ ਸੁਖਾਰੇ ਖਾਵੇ ਸਾਧ ਸ਼ੁਦਾ ਨਿਰਵਾਰੇ। ਇਸ ਕਰਕੇ ਲੋਕ ਬਿਨਾਂ ਸ਼ਰਮ ਤੋਂ, ਬਿਨਾਂ ਮਿਹਨਤ ਤੋਂ, ਬਿਨਾਂ ਔਖਿਆਈ ਤੋਂ ਫਲ ਤੋੜਦੇ ਸੀ। ਜਿਹੜੇ ਆਉਂਦੇ ਸੀ ਬੜੇ ਆਰਾਮ ਨਾਲ, ਬੜੇ ਆਨੰਦ ਦੇ ਨਾਲ ਉਹਨਾਂ ਰਸਦਾਇਕ ਫਲਾਂ ਨੂੰ ਪੁੰਚਦੇ ਸੀ, ਖਾਂਦੇ ਸੀ। ਹਾਂਜੀ। ਉਪਕਾਰੀ ਜੋ ਪੁਰਖ ਹੈ ਸਿੱਖਿਆ ਤੇ ਜਨ ਦੇਤ। ਇਹ ਜਿਹੜੇ ਪਰ ਉਪਕਾਰੀ ਪੁਰਖ ਨੇ, ਸਿੱਖਿਆ ਤਹਿ ਜਨ ਦੇਤ, ਅਸਲ ਵਿੱਚ ਇਹ ਦੁਨੀਆ ਨੂੰ ਸਿੱਖਿਆਵਾਂ ਦਿੰਦੇ ਨੇ। ਪਰਉਪਕਾਰੀ ਬੰਦਾ ਕੌਣ ਹੈ? ਜਿਹੜਾ ਦੂਜਿਆਂ ਨੂੰ ਸਿਖਾਵੇ। ਸਵਾਰਥੀ ਕੌਣ ਹੈ? ਜਿਹੜਾ ਆਪ ਸਿੱਖ ਲਵੇ ਤੇ ਮੁੜ ਕੇ ਚਲਾ ਜਾਵੇ। ਜਿਹੜਾ ਦੂਜਿਆਂ ਨਾਲ ਸ਼ੇਅਰ ਕਰਦਾ, ਵੰਡਦਾ, ਉਹ ਪਰਉਪਕਾਰੀ ਹੈ। ਬੜੇ ਲੋਕ ਤੁਹਾਨੂੰ ਮਿਲਣਗੇ ਉਹ ਸਿਰਫ ਆਪਣਾ ਹੀ ਭਲਾ ਚਾਹੁੰਦੇ ਨੇ। ਉਹ ਜਿਵੇਂ ਅੱਜ ਕਿਹਾ ਜਾਂਦਾ, ਕਹਿੰਦੇ ਕਿਹਾ ਗਿਆ ਸੀ ਵੀ ਅੱਛੇ ਦਿਨ ਆਉਣਗੇ। ਉਹ ਕਹਿੰਦਾ ਵੀ ਤੁਸੀਂ ਕਮਲੇ, ਉਹਨੇ ਥੋੜਾ ਕਿਹਾ ਸੀ ਵੀ ਤੁਹਾਡੇ ਆਉਣਗੇ, ਉਹਨੇ ਕਿਹਾ ਸੀ ਮੇਰੇ ਆਉਣਗੇ। ਅਸੀਂ ਅੱਛੇ ਦਿਨ ਦੇ ਭੁਲੇਖੇ 'ਚ ਸਾਰੇ ਭੱਜ ਪਏ ਵੀ ਅੱਛੇ ਦਿਨ ਆਉਣਗੇ। ਮੈਂ ਸੋਚਿਆ ਮੇਰੇ ਆਉਣਗੇ। ਜਿਹੜਾ ਮੇਰੇ ਨਾਲ ਪੋਥੀ ਪੜ੍ਹ ਰਿਹਾ ਉਹ ਕਹਿੰਦਾ ਜੀ ਮੇਰੇ ਆਉਣਗੇ। ਜਿਹੜੇ ਤਾਬਿਆ ਬੈਠੇ ਉਹ ਸੋਚਦੇ ਕਹਿੰਦੇ ਸੀ ਸਾਡੇ ਆਉਣਗੇ। ਪਰ ਅਸਲ ਵਿੱਚ ਕਹਿਣ ਵਾਲੇ ਨੇ ਕਿਹਾ ਸੀ ਵੀ ਮੇਰੇ ਆਉਣਗੇ, ਤੁਸੀਂ ਵੇਖੋਗੇ ਅੱਛੇ ਦਿਨ ਆਉਣਗੇ। ਆ ਗਏ। ਉਹ ਧੀਰੂ ਬਾਈ ਅੰਬਾਨੀ ਦਾ ਇੱਕ ਸਲੋਗਨ ਆਇਆ ਸੀ ਕਿ ਕਰ ਲੋ ਦੁਨੀਆ ਮੁੱਠੀ ਮੇਂ। ਆਪਾਂ ਸਾਰੇ ਉਹਦਾ ਮੋਬਾਈਲ ਫੋਨ ਖਰੀਦ ਲਿਆ। ਉਹ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੱਲ ਤਾਂ ਉਹਨੇ ਆਪਣੇ ਬੱਚਿਆਂ ਨੂੰ ਕਹੀ ਸੀ ਵੀ ਦੁਨੀਆ ਮੁੱਠੀ 'ਚ ਕਰ ਲਓ। ਆਪਾਂ ਸੋਚਿਆ ਵੀ ਸ਼ਾਇਦ ਸਾਨੂੰ ਸਲਾਹ ਦੇ ਰਿਹਾ। ਉਹ ਸਲਾਹ ਸਾਡੇ ਲਈ ਨਹੀਂ ਸੀ। ਉਹਨੇ ਆਪਣੇ 2 ਪੁੱਤਰਾਂ ਨੂੰ ਸਲਾਹ ਦਿੱਤੀ ਸੀ ਵੀ ਦੁਨੀਆ ਮੁੱਠੀ 'ਚ ਜੇ ਹੁੰਦੀ ਹੈ ਤਾਂ ਪੁੱਤਰ ਕਰ ਲਓ। ਹੁਣ ਇੱਥੇ ਜਿਹੜੇ ਪਰਉਪਕਾਰੀ ਕੌਣ ਨੇ? ਅਮੂਮਨ ਤੁਸੀਂ ਦੁਨੀਆ 'ਚ ਲੋਕ ਵੇਖੋਗੇ ਉਹ ਸਿਰਫ ਆਪਣਾ ਭਲਾ ਕਰਦੇ ਨੇ। ਬੜੀ ਕਿਤੇ ਮਹਾਰਾਜ ਦੀ ਕਿਰਪਾ ਹੋਵੇ ਤੇ ਆਪਣਿਆਂ ਦਾ ਕਰਦੇ ਨੇ, ਪਰ ਆਪਣਿਆਂ ਤੋਂ ਅੱਗੇ ਨਹੀਂ ਜਾਂਦੇ। ਪਰਉਪਕਾਰੀ ਕੌਣ ਹੈ? ਹੁਣ ਇਹਦੇ ਇਸ ਅੱਖਰ ਦੇ ਅਰਥ ਸੁਣ ਲੈਣਾ। ਪਰ ਦਾ ਮਤਲਬ ਕੀ ਹੁੰਦਾ ਹੈ? ਪਰ ਦਾ ਅਰਥ ਪੰਛੀਆਂ ਦੇ ਖੰਭ ਵੀ ਹੁੰਦਾ ਹੈ। ਪਰ ਦਾ ਇੱਥੇ ਅਰਥ ਕੀ ਹੈ? ਪਰ ਦਾ ਅਰਥ ਹੈ ਪਰਾਏ। ਉਪਕਾਰ ਦਾ ਅਰਥ ਕੀ ਹੈ? ਪਰਾਏ ਦੇ ਉੱਪਰ ਕੋਈ ਭਲਾ ਕਰਨਾ। ਪਰਾਇਆ ਕੌਣ ਹੁੰਦਾ ਹੈ? ਜਿਹੜਾ ਅਨਨੋਨ ਹੈ, ਉਹ ਪਰਾਇਆ। ਜਿਹਨੂੰ ਤੁਸੀਂ ਜਾਣਦੇ ਹੋ ਪਰਾਇਆ ਕਿਵੇਂ ਹੋ ਗਿਆ?
ਪਰ ਉਪਕਾਰ ਜਿਹੜਾ ਹੈ ਪਰਾਇਆਂ ਦੇ ਉੱਪਰ ਭਲਾ ਕਰਨਾ, ਇਹ ਸੰਤਾਂ ਦੇ ਹਿੱਸੇ ਵਿੱਚ ਆਇਆ ਹੈ। ਕਹਿੰਦੇ ਜਿਸ ਦੇਸ਼ ਗੁਰੂ ਨਾਨਕ ਸਾਹਿਬ ਗਏ ਨੇ, ਉੱਥੋਂ ਦੀ ਬਨਸਪਤੀ ਵੀ ਸਿਖਾ ਰਹੀ ਹੈ ਕਿ ਪਰਉਪਕਾਰ ਕਿਵੇਂ ਕਰੀਦਾ ਹੈ। ਫਲ ਪੌਦਿਆਂ ਨੂੰ ਲੱਗਾ ਸੀ, ਪਰ ਫਲ ਲੈ ਕੇ ਪੌਦੇ ਝੁਕ ਗਏ ਵੀ ਨਹੀਂ, ਆਏ ਨੂੰ ਸਾਡਾ ਸੁੱਖ ਹੋਣਾ ਚਾਹੀਦਾ ਹੈ। ਕੋਈ ਆਵੇ ਆਵੇ ਤੇ ਖਾਵੇ। ਪਰ ਉਪਕਾਰ ਦਾ ਅਰਥ ਹੀ ਹੈ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਜਿਨ੍ਹਾਂ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਨਹੀਂ ਹੈ, ਤੁਹਾਡਾ ਕੋਈ ਜਾਣ ਪਛਾਣ ਦਾ ਰਿਸ਼ਤਾ ਨਹੀਂ ਹੈ, ਕਿ ਕਦੇ ਉਹਨਾਂ ਵਾਸਤੇ ਵੀ ਆਪਾਂ ਕੁਝ ਕੀਤਾ ਹੈ? ਜੇ ਉਹਨਾਂ ਲਈ ਕਰਾਂਗੇ ਤੇ ਪਰਉਪਕਾਰੀ ਹੋਵਾਂਗੇ। ਜਿਹੜਾ ਤੁਸੀਂ ਆਪਣਿਆਂ ਤੇ ਕਰਦੇ ਹੋ ਉਹ ਉਪਕਾਰ ਹੈ, ਉਹ ਪਰਉਪਕਾਰ ਨਹੀਂ ਹੈ, ਉਹ ਕੱਲਾ ਉਪਕਾਰ ਹੈ ਜਿਹੜਾ ਆਪਣਿਆਂ ਤੱਕ ਸੀਮਤ ਹੈ। ਹਾਂਜੀ। ਘਰ ਉਪਕਾਰ ਸੋ ਨਿਵ ਚਲੋ, ਦੀਨ ਦੁਨੀ ਸੁਖ ਹੇਤ। ਸਗੋਂ ਭਲਾ ਕਰੋ ਤੇ ਨੀਵੇਂ ਹੋ ਕੇ ਚੱਲੋ। ਫਿਰ ਇਸ ਗੱਲ ਦਾ ਦਾਵਾ ਨਹੀਂ ਕਰਨਾ, ਹੰਕਾਰ ਨਹੀਂ ਕਰਨਾ ਮੈਂ ਕੀਤਾ ਹੈ, ਮੈਂ ਤੁਹਾਡੇ ਲਈ ਕੀਤਾ ਹੈ। ਮੈਂ ਇੱਥੇ ਬੈਠ ਕੇ ਬਹੁਤ ਵਾਰੀ ਇਹ ਗੱਲ ਸਾਂਝੀ ਕੀਤੀ ਹੈ ਕਿ ਇੱਕ ਸੱਜਣ ਆਸਟ੍ਰੇਲੀਆ ਗਿਆ ਤੇ ਆਪਣੇ ਟੈਚੀਆਂ ਦੇ ਵਿੱਚ, ਲਗਜ ਦੇ ਵਿੱਚ ਬਾਜਰਾ, ਮੱਕੀ, ਕਣਕ ਇਹੋ ਜਿਹੇ ਦਾਣੇ ਮਿਲਾ ਕੇ ਲੈ ਗਿਆ। ਹੋਟਲ ਵਿੱਚ ਠਹਿਰਿਆ, ਉੱਥੇ ਸੈਰ ਕਰਦਾ, ਨਾਲੇ ਪੰਛੀਆਂ ਨੂੰ ਦਾਣੇ ਪਾਉਂਦਾ। ਕਿਸੇ ਗੋਰੇ ਨੇ ਪੁੱਛ ਲਿਆ ਵੀ ਤੂੰ ਇਹਨਾਂ ਨੂੰ ਦਾਣੇ ਕਿਉਂ ਪਾਉਣਾ ਹੈ? ਕਹਿੰਦਾ ਥੈਂਕ ਯੂ ਨਹੀਂ ਕਹਿੰਦੇ, ਇਸ ਕਰਕੇ ਪਾਉਣਾ। ਤੇ ਸਾਡੇ ਵਿੱਚ ਵੀ ਸਾਡੀ ਕੋਈ ਰੋਟੀ ਖਾ ਲਵੇ, ਕਿਸੇ ਦੀ ਹਿੰਮਤ ਹੈ ਵੀ ਸਾਨੂੰ ਥੈਂਕ ਯੂ ਕਹਿ ਬਿਨਾਂ ਚਲਾ ਜਾਵੇ, ਜਾਂ ਬਿੱਲ ਦਵੇ, ਫਿਰ ਜਾਂ ਉਹਦੀ ਕੀਮਤ ਦਵੇ ਸਾਨੂੰ। ਅਸੀਂ ਤੇ ਆਪਣੇ ਬੱਚਿਆਂ ਤੋਂ ਵੀ ਕੀਮਤ ਲਈ ਹੈ। ਅਗਰ ਬੱਚੇ ਜੰਮ ਲਏ ਨੇ ਤੇ ਬੱਚਿਆਂ ਨੂੰ ਕੁੱਟਣ ਦਾ ਵੀ ਅਸੀਂ ਆਪਣਾ ਜਨਮ ਸਿੱਧ ਅਧਿਕਾਰ ਲੈ ਲਿਆ ਵੀ ਨਹੀਂ, ਕੁੱਟਾਂਗੇ ਅਸੀਂ, ਫਿਰ ਉਹਨਾਂ ਨੂੰ ਵਰਤਾਂਗੇ ਵੀ ਅਸੀਂ, ਫਿਰ ਸਾਰੀ ਉਮਰ ਉਹਨਾਂ ਨੂੰ ਆਪਣੀ ਅਧੀਨਗੀ ਵੀ ਦੇਵਾਂਗੇ। ਤੇ ਜਿੱਥੇ ਉਹ ਮੁਕਰਨਗੇ ਉੱਥੇ ਕਹਿ ਦਿਆਂਗੇ ਵੀ ਕਾਕਾ ਪਤਾ ਹੁੰਦਾ ਤੁਸੀਂ ਇਦਾਂ ਦੇ ਵੱਡੇ ਹੋ ਕੇ ਬਣਨਾ ਤਾਂ ਅਸੀਂ ਤੁਹਾਨੂੰ ਜੰਮਣਾ ਹੀ ਨਹੀਂ ਸੀਗਾ। ਅਸੀਂ ਐਡੇ ਸਵਾਰਥੀ ਹਾਂ, ਅਸੀਂ ਆਪਣੇ ਬੱਚਿਆਂ ਪ੍ਰਤੀ ਵੀ ਸਵਾਰਥੀ ਹਾਂ, ਤੇ ਪਰਉਪਕਾਰ ਕਿੱਥੇ ਜਾ ਕੇ ਕਰਾਂਗੇ? ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਪਰ ਉਪਕਾਰੀ ਜੋ ਪੁਰਖ ਹੈ, ਸਿੱਖਿਆ ਤਹਿ ਜਨ ਦੇਤ, ਕਰ ਉਪਕਾਰ ਸੋ ਨਿਵ ਚੱਲੋ, ਦੀਨ ਦੁਨੀ ਸੁਖ ਹੇਤ। ਇਹ ਕਿਹਨੇ ਸਿੱਖਿਆ ਦਿੱਤੀ? ਉਸ ਦੇਸ਼ ਦੇ ਪੌਦਿਆਂ ਨੇ, ਪੇੜਾਂ ਨੇ, ਕਿ ਜੇ ਦੁਨੀਆ ਨੂੰ ਫਲ ਦਿਓਗੇ, ਮਿੱਠੇ ਫਲ ਦਿਓਗੇ, ਫੁੱਲ ਦਿਓਗੇ, ਸੁਗੰਧੀਆਂ ਦਿਓਗੇ, ਤੇ ਨੀਵੇਂ ਹੋ ਕੇ ਚੱਲਿਓ ਜੇ। ਇਸੇ ਕਰਕੇ ਉਹ ਪੇੜ ਝੁਕੇ ਹੋਏ ਸੀ, ਫਲ ਲੱਗਾ ਤੇ ਇੰਨੇ ਝੁਕ ਗਏ ਕਿ ਝੁਕ ਕੇ ਮੁੜ ਕੇ ਫਿਰ ਧਰਤੀ ਨੂੰ ਛੋਹ ਰਹੇ ਨੇ। ਹਾਂਜੀ। ਸੀਤਲ ਬਿਮਲੰ ਨੌਰਾ ਨੀਰੰ, ਮਾਰਗ ਸ਼ਰਮ ਕੀ ਖੋਵਤ ਪੀਰੰ। ਇੱਥੇ ਬੜੇ ਸੁੰਦਰ ਪਾਣੀ ਦੇ ਝਰਨੇ ਸਨ। ਪੀਓਗੇ ਪਿਆਸ ਮਿਟ ਜਾਓਗੇ, ਨਹਾਵੋ ਧੋਵੋਗੇ ਤੁਹਾਡਾ ਥਕੇਵਾਂ ਉਤਰ ਜਾਏਗਾ। ਉਸ ਪਾਣੀ ਦੇ ਵਿੱਚ ਇਹ ਗੁਣਵੰਤਾ ਸੀ। ਇਸ ਦੇ ਨਾਲ ਹੀ ਇਹ ਲੜੀਵਾਰ ਜਿਹੜੀ ਕਥਾ ਹੈ ਆਪਾਂ ਅੱਜ ਇਸ ਨੂੰ ਵਿਰਾਮ ਦਿੰਦੇ ਹਾਂ। ਕੱਲ ਸਤਿਗੁਰੂ ਕਿਰਪਾ ਕਰਨ ਆਪਾਂ ਇਸ ਲੜੀਵਾਰ ਕਥਾ ਨਾਲ ਫਿਰ ਜੁੜੀਏ। ਅੱਜ ਦਾ ਬਹੁਤ ਵੱਡਾ ਇਤਿਹਾਸਕ ਦਿਨ ਹੈ। ਅੱਜ ਦੇ ਦਿਨ ਗੋਪਰ ਹੀੜੇ ਦੇ ਅਸਥਾਨ ਤੇ ਬਹੁਤ ਵੱਡਾ ਘੱਲੂਘਾਰਾ ਹੋਇਆ ਸੀ। ਅਬਦਾਲੀ ਨੇ ਖੁਦ ਆਪਣੀ ਫੌਜਾਂ ਦੀ ਕਮਾਂਡ ਸੰਭਾਲੀ ਹੋਈ ਹੈ ਔਰ ਸਿੱਖਾਂ ਦੀ ਨਸਲ ਕੁਸ਼ੀ ਵਾਸਤੇ ਉਹਨੇ ਹੱਲਾ ਬੋਲਿਆ ਹੋਇਆ, ਹਮਲਾ ਕੀਤਾ ਹੋਇਆ। ਇਤਿਹਾਸ ਕਹਿੰਦਾ ਕਿ ਉਸ ਵੇਲੇ ਸਾਡੀ ਗਿਣਤੀ 60,000 ਸੀ। ਹੋਣਗੇ ਵਿਰਲੇ ਵਿਰਲੇ ਕੋ ਟਾਵੇਂ ਟਾਵੇਂ ਸੇ ਕਿਤੇ ਕਿਤੇ ਰਹਿੰਦੇ ਹੋਣਗੇ,
ਪਰ ਜਿਹੜੇ ਸਿੱਖ ਜੰਗਲਾਂ ਵਿੱਚ ਰਹਿੰਦੇ ਸੀ, ਘਰ ਪਰਿਵਾਰ ਛੱਡ ਕੇ ਰਹਿੰਦੇ ਸੀ, ਉਹਨਾਂ ਨੂੰ ਅਸੀਂ ਇਹ ਕਹਿ ਦਈਏ ਵੀ ਉਹ ਮਿਸਲਾਂ ਬਣਾ ਕੇ ਰਹਿੰਦੇ ਸੀ, ਉਹ ਆਪਣੇ ਟੋਲੇ ਬਣਾ ਕੇ ਰਹਿੰਦੇ ਸੀ, ਜਥੇ ਬਣਾ ਕੇ ਰਹਿੰਦੇ ਸੀ, ਉਹ ਸਾਰੇ ਅੱਜ ਇਕੱਠੇ ਸਨ। ਔਰ ਅੱਜ ਦੇ ਦਿਨ ਇਸ ਜੰਗ ਦੇ ਵਿੱਚ 30,000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਸਨ। ਸ਼ਾਇਦ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਸਾਡਾ ਇੱਦਾਂ ਦਾ ਵੀ ਕੋਈ ਇਤਿਹਾਸ ਹੈ ਕਿ ਸਾਡੇ ਇਤਿਹਾਸ ਵਿੱਚ ਇੱਕ ਦਿਨ ਐਸਾ ਵੀ ਆਇਆ ਸੀ ਵੀ ਅਸੀਂ ਸਾਰੇ ਖਤਮ ਹੋ ਚੱਲੇ ਸਾਂ, ਸਾਡਾ ਤੇ ਨਾਮੋ ਨਿਸ਼ਾਨੀ ਮਿਟ ਚੱਲਿਆ ਸੀ। ਵੇਖੋ ਨਾ, ਤੁਹਾਡੀ ਕੁੱਲ ਗਿਣਤੀ ਹੋਵੇ 60,000। ਮੈਂ ਅੱਗੇ ਤਾਬਿਆ ਬੈਠ ਕੇ ਵੀ ਬੇਨਤੀ ਕੀਤੀ, ਸਿਰਫ ਫਿਗਰ ਨੂੰ ਧਿਆਨ ਨਾਲ ਸੁਣਿਓ। ਅੱਜ ਕੱਲ੍ਹ 60,000 ਰੁਪਈਆ ਆਮ ਹੀ ਬੰਦਾ ਜੇਬ 'ਚ ਪਾਈ ਫਿਰਦਾ, ਗਿਣਤੀ ਤਾਂ ਆਉਂਦੀ ਹੈ ਨਾ ਸਮਝ। ਇਹਦਾ ਅਰਥ ਹੈ ਕਿ ਅਸੀਂ ਲੱਖ ਵੀ ਨਹੀਂ ਸਾਂ। ਜਿਵੇਂ ਅੱਜ ਅਸੀਂ ਕਹਿੰਦੇ ਨਾ ਵੀ ਸਾਡੀ ਗਿਣਤੀ 2-2.5 ਕਰੋੜ ਹੈ, ਉਸ ਵੇਲੇ ਗਿਣਤੀ ਸਾਡੀ 1 ਲੱਖ ਤੋਂ ਵੀ ਘੱਟ ਸੀ। ਚਲੋ ਉਸ ਤੋਂ ਹੋਰ ਅੱਗੇ ਚੱਲੀਏ, ਅੱਧੀ ਕੌਮ 30,000 ਅੱਜ ਦੇ ਦਿਨ, ਇੱਕ ਦਿਨ ਵਿੱਚ, ਇਹ ਨਹੀਂ ਕਿ ਮਹੀਨਾ ਜੰਗ ਹੋਈ, 15 ਦਿਨ ਹੋਈ, ਹਫਤਾ ਹੋਈ, ਨਾ, ਇੱਕੋ ਦਿਨ ਹੀ ਸਵੇਰੇ ਸ਼ੁਰੂ ਹੋਈ, ਰਾਤ ਤੱਕ 30,000 ਸਿੰਘ ਸਿੰਘਣੀਆਂ ਬੱਚੇ, ਕਿਉਂਕਿ ਸਿੰਘ ਪਰਿਵਾਰ ਵੀ ਨਾਲ ਹੀ ਲੈ ਕੇ ਜੰਗਲਾਂ 'ਚ ਰਹਿੰਦੇ ਸੀ, ਸਾਡੇ ਸਿਰਾਂ ਦੇ ਇਨਾਮ ਰੱਖੇ ਹੋਏ ਸੀਗੇ। ਸਾਡਾ ਤਾਂ ਜਿਹੜੇ ਮੁਗਲ ਹਾਕਮ ਸਨ ਉਹ ਸ਼ਿਕਾਰ ਖੇਡਦੇ ਹੁੰਦੇ ਸੀ, ਸਾਨੂੰ ਤਾਂ ਲੱਭਦੇ ਫਿਰਦੇ ਹੁੰਦੇ ਸੀ ਜੰਗਲਾਂ 'ਚ ਵੀ ਇੱਥੇ ਕਿਤੇ ਸਿੱਖ ਤਾਂ ਨਹੀਂ ਹੈਗੇ। ਔਰ ਸਾਡੇ ਬਜ਼ੁਰਗਾਂ ਨੇ ਅੱਜ ਦਾ ਦਿਨ ਜਿਹੜਾ ਸੀ ਉਹ ਆਪਣੀ ਹੋਂਦ ਵਾਸਤੇ ਬਤੀਤ ਕੀਤਾ ਸੀ, ਸਿਰਫ ਆਪਣੀ ਹੋਂਦ ਵਾਸਤੇ ਲੜੇ ਸਨ ਕਿ ਐਸਾ ਨਾ ਹੋਵੇ ਕਿ ਅੱਜ ਦਾ ਦਿਨ ਉਹ ਕਾਲਾ ਦਿਨ ਬਣ ਜਾਏ ਵੀ ਅੱਜ ਦੇ ਦਿਨ ਸਿੱਖ ਧਰਤੀ ਤੋਂ ਖਤਮ ਹੋ ਗਏ ਸਨ। ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਨਾ, ਉਹਨਾਂ ਤੋਂ ਫਿਰ ਇਹ ਸਲੋਗਨ ਬਣੇ ਸਨ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਾਡਾ ਇਮਤਿਹਾਨ ਪਹਿਲਾਂ ਬੜੇ ਲੋਕਾਂ ਨੇ ਲਿਆ, ਕੋਈ ਜਿਹੜੀਆਂ ਹਕੂਮਤਾਂ ਬਦਲਦੀਆਂ ਰਹਿੰਦੀਆਂ ਨੇ। ਮੈਨੂੰ ਤਾਂ ਕਈ ਪੁੱਛਦੇ ਰਹਿੰਦੇ ਨੇ, ਗਿਆਨੀ ਜੀ ਕਦੇ ਸਿੱਖਾਂ ਦੇ ਚੰਗੇ ਦਿਨ ਵੀ ਆਉਣਗੇ? ਮੈਂ ਕਿਹਾ ਸਿੱਖਾਂ ਦੇ ਦਿਨ ਤਾਂ ਹਮੇਸ਼ਾ ਹੀ ਚੰਗੇ ਨੇ, ਕਿਉਂਕਿ ਸਿੱਖ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ। ਸਿੱਖਾਂ ਨੇ ਖੋਪਰੀਆਂ ਵੀ ਲੋਹਾਈਆਂ, ਆਰਿਆਂ ਨਾਲ ਵੀ ਆਪਣੇ ਆਪ ਨੂੰ ਚਰਵਾਇਆ, ਦੇਗਾਂ ਵਿੱਚ ਵੀ ਉਬਲੇ, ਪਰ ਸਿੱਖ ਰੋਂਦੇ ਨਹੀਂ ਸੀ ਹੁੰਦੇ। ਅੱਜ ਤਾਂ ਸਿੱਖ ਤੁਹਾਨੂੰ ਰੋਂਦੇ ਮਿਲਦੇ ਨੇ, ਕਾਰਾਂ 'ਚ ਬੈਠੇ ਰੋਈ ਜਾਂਦੇ ਨੇ, ਕੋਠੀਆਂ 'ਚ ਬੈਠੇ ਰੋਈ ਜਾਂਦੇ ਨੇ, ਦਫ਼ਤਰਾਂ 'ਚ ਬੈਠੇ ਰੋਈ ਜਾਂਦੇ ਨੇ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਸਾਡੀ ਘੱਟ ਗਿਣਤੀ ਹੈ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੇ ਤੇ ਹਮੇਸ਼ਾ ਹੀ ਜ਼ੁਲਮ ਕੀਤਾ ਜਾਂਦਾ ਹੈ। ਪਰ ਹੁਣ ਅੱਜ ਕਿਹਨੂੰ ਕੋਸੀਏ ਆਪਾਂ? ਅੱਜ ਤੁਸੀਂ ਵੇਖੋ ਵੀ ਜਿਹੜਾ ਇੰਡੀਆ ਦੇ ਵਿੱਚ ਪਰਿਵਾਰ ਨਿਯੋਜਨ ਹੈ, ਕੀ ਹਰਿਆਣੇ ਦੇ ਲੋਕਾਂ ਨੇ ਮੰਨਿਆ? ਕਿ ਰਾਜਸਥਾਨ ਦੇ ਲੋਕਾਂ ਨੇ ਮੰਨਿਆ? ਹਾਲਾਂਕਿ ਗੌਰਮੈਂਟ ਕਹਿੰਦੀ ਹੈ ਹਮ ਦੋ ਹਮਾਰੇ ਦੋ, ਪਰ ਅਸੀਂ ਏਡੇ ਨਲਾਇਕ, ਅਸੀਂ ਕਹਿੰਦੇ ਨਹੀਂ ਹਮ ਦੋ ਹਮਾਰਾ ਇੱਕ। ਮੈਂ ਬੜੇ ਲੋਕਾਂ ਨੂੰ ਜਾਣਦਾ, ਆਪਣੇ ਪਰਿਵਾਰਾਂ ਵਿੱਚ ਵੀ ਜਾਣਦਾ, ਇੱਕ ਇੱਕ ਨਿਆਣਾ ਸਭ ਦਾ। ਅਸੀਂ ਦੂਜਾ ਬੱਚਾ ਘਰ ਪੈਦਾ ਕਰਨ ਲਈ ਤਿਆਰ ਨਹੀਂ ਆ, ਤੇ ਭਾਈ ਫਿਰ ਮੁਸਲਮਾਨਾਂ ਨੇ ਤਾਂ ਸਿੱਖੀ ਧਾਰਨ ਨਹੀਂ ਕਰਨੀ। ਸਿੱਖਾਂ ਨੇ ਸਿੱਖਾਂ ਦੇ ਘਰ ਜਨਮ ਲੈਣਾ ਸੀ। ਔਰ ਉਹ ਗੱਲ ਵੀ ਮੈਂ ਅੱਜ ਫਿਰ ਆਪ ਜੀ ਨਾਲ ਸਾਂਝੀ ਕਰਦਾ ਵੀ ਸੀਸਗੰਜ ਸਾਹਿਬ ਮੇਰੀ ਸੇਵਾ ਹੈ, ਤੇ ਮੈਂ ਥੱਲੇ ਬਾਥਰੂਮ ਦੀ ਵਰਤੋਂ ਕਰਨ ਵਾਸਤੇ ਗਿਆ, ਤੇ ਉੱਥੇ ਜਿਹੜਾ ਇੰਚਾਰਜ ਸੀ ਸਿੰਘ, ਮੈਨੂੰ ਅੱਜ ਵੀ ਯਾਦ, ਉਹਦਾ ਨਾਂ ਜਸਵੀਰ ਸਿੰਘ ਸੀ, ਬੜਾ ਭਾਰਾ ਜਿਹਾ ਹੈ।
ਉਹਨੇ ਮੈਨੂੰ ਮਿਲਾਇਆ, ਕਹਿੰਦਾ ਭਾਈ ਸਾਹਿਬ ਇਹ ਪਾਕਿਸਤਾਨ ਅੰਬੈਸੀ ਤੋਂ ਆਏ ਨੇ, ਉੱਥੇ ਵੀਜ਼ਾ ਸੈਕਸ਼ਨ ਦੇ ਵਿੱਚ ਹੈੱਡ ਨੇ, ਪਤਾ ਨਹੀਂ ਕੋਈ ਇੱਦਾਂ ਕੁਝ ਦੱਸਿਆ ਉਹਨੇ ਮੈਨੂੰ। ਮੈਂ ਕਿਹਾ ਮੈਂ 1 ਮਿੰਟ ਆਇਆ, ਮੈਂ ਬਾਥਰੂਮ ਦੀ ਵਰਤੋਂ ਕੀਤੀ, ਬਾਹਰ ਆਇਆ, ਦਫ਼ਤਰ 'ਚ ਬਹਿ ਗਿਆ, ਚਾਹ ਆ ਗਈ। ਮੈਂ ਕਿਹਾ ਜੀ ਸੁਣਾਓ ਤੁਹਾਡੇ ਪਾਕਿਸਤਾਨ ਦਾ ਕੀ ਹਾਲ ਹੈ? ਖੈਰ ਮਹਿਰ ਹੈ। ਹੁਣ ਉਹਨਾਂ ਦੀ ਬੋਲੀ ਬੜੀ ਵਧੀਆ, ਪੰਜਾਬੀ ਬੜੀ ਵਧੀਆ ਬੋਲਦੇ ਨੇ। ਖੈਰ ਮਹਿਰ ਹੈ ਕਹਿੰਦਾ। ਮੈਂ ਕਿਹਾ ਖੈਰ ਮਹਿਰ ਤੇ ਠੀਕ ਹੈ, ਪਰ ਉਹ ਜਿਹੜੇ ਇੱਥੇ ਬੰਬ ਫੜਦੇ ਨੇ ਉਹਨਾਂ ਦਾ ਕੀ ਹਾਲ ਹੈ? ਉਹ ਕਹਿੰਦਾ ਉਹ ਵੀ ਠੀਕ ਹੈ। ਹੁਣ ਪਤਾ ਨਹੀਂ ਜਾਂ ਤੇ ਮੇਰੇ ਬੋਲਣ ਤੋਂ ਉਹਨੂੰ ਗੱਲ ਠੀਕ ਨਹੀਂ ਲੱਗੀ ਜਾਂ ਕਿੱਦਾਂ, ਮੈਨੂੰ ਕਹਿੰਦਾ ਜੀ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ? ਮੈਂ ਕਿਹਾ ਨਹੀਂ, ਪਰ ਜੇ ਤੂੰ ਗੱਲ ਗੁੱਸੇ ਵਾਲੀ ਕਰੇਗਾ ਤਾਂ ਫਿਰ ਤੇ ਗੁੱਸਾ ਆਏਗਾ ਨਾ, ਮੈਂ ਕਿਹੜਾ ਬ੍ਰਹਮ ਗਿਆਨੀ ਆ। ਔਰ ਗੱਲ ਉਹਨੇ ਏਡੀ ਖਤਰਨਾਕ ਕੀਤੀ, ਕਹਿੰਦਾ ਤੁਹਾਡੇ ਤੇ ਅੱਲਾਹ ਤਾਲਾ ਖੁਸ਼ ਨਹੀਂ ਹੈ। ਮੈਂ ਕਿਹਾ ਤੂੰ ਅੱਲਾਹ ਤਾਲਾ ਨੂੰ ਕਿੱਥੇ ਮਿਲ ਕੇ ਆਇਆ? ਬੋਲਾ ਹੈ ਵੱਖੀ ਚੋਂ ਗੱਲ ਕੱਢ ਮਾਰੀ ਉਹਨੇ। ਕਹਿੰਦਾ ਤੁਹਾਡੇ ਤੇ ਅੱਲਾਹ ਤਾਲਾ ਖੁਸ਼ ਨਹੀਂ ਹੈ। ਮੈਂ ਕਿਹਾ ਤੈਨੂੰ ਅੱਲਾਹ ਤਾਲਾ ਕਿੱਥੇ ਮਿਲਿਆ ਸੀ? ਕਹਿੰਦਾ ਫਿਰ ਗਿਆਨੀ ਜੀ ਤੁਸੀਂ ਗੁੱਸਾ ਕਰ ਲਿਆ। ਮੈਂ ਕਿਹਾ ਨਹੀਂ ਗੁੱਸਾ ਨਹੀਂ ਮੈਂ ਕੀਤਾ, ਪਰ ਤੂੰ ਗੱਲ ਕਿੱਦਾਂ ਦੀ ਕਰ ਰਿਹਾ ਬਈ? ਹੁਣ ਉਹਨੇ ਗੱਲ ਸ਼ੁਰੂ ਕੀਤੀ, ਕਹਿਣ ਲੱਗਾ ਰੂਹਾਂ ਕਿੱਥੋਂ ਆਉਂਦੀਆਂ ਨੇ? ਰੂਹਾਂ? ਮੈਂ ਕਿਹਾ ਰੂਹਾਂ ਅੱਲਾਹ ਤਾਲਾ ਕੋਲੋਂ ਆਉਂਦੀਆਂ ਨੇ। ਕਹਿੰਦਾ ਤੁਹਾਡੇ ਘਰ ਇੱਕ ਆਉਂਦੀ, ਸਾਡੇ ਘਰ 4 ਆਉਂਦੀਆਂ ਨੇ। ਕਹਿੰਦਾ ਦੱਸੋ ਅੱਲਾਹ ਤਾਲਾ ਖੁਸ਼ ਹੈ ਤੁਹਾਡੇ ਤੇ? ਅੱਜ ਤੱਕ ਮੇਰੇ ਕੋਲ ਇਸ ਗੱਲ ਦਾ ਜਵਾਬ ਨਹੀਂ ਹੈਗਾ ਵੀ ਸੱਚੀ ਰੱਬ ਨਾਰਾਜ਼ ਹੈ ਸਾਡੇ ਨਾਲ, ਵੀ ਸਾਡੇ ਘਰ ਬੱਚਾ ਇੱਕ ਪੈਦਾ ਹੁੰਦਾ, ਮੁਸਲਮਾਨਾਂ ਦੇ 4 ਹੁੰਦੇ ਨੇ। ਕਿ ਰੱਬ ਹੀ ਚਾਹੁੰਦਾ ਵੀ ਮੁਸਲਮਾਨ ਵਧਣ ਤੇ ਸਿੱਖ ਨਾ ਵਧਣ? ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ, ਜੇ ਤੁਹਾਡੇ ਕੋਲ ਜਵਾਬ ਹੋਵੇ ਤੇ ਜ਼ਰੂਰ ਦਿਓ, ਜੇ ਮੇਰੇ ਕੋਲ ਤਾਂ ਹੈ ਨਹੀਂ। ਵਾਕਈ ਠੀਕ ਹੈ ਗੱਲ ਵੀ, ਇਹਦਾ ਮਤਲਬ ਰੱਬ ਹੀ ਨਾਰਾਜ਼ ਹੈ ਸਾਡੇ ਨਾਲ। ਨਾ ਸਾਡੀਆਂ ਭੈਣਾਂ ਘਰ ਦੂਜਾ ਬੱਚਾ ਪੈਦਾ ਕਰਨੀਆਂ ਚਾਹੁੰਦੀਆਂ ਨੇ, ਨਾ ਸਾਡੇ ਵੀਰ ਇਸ ਗੱਲ ਦੇ ਲਈ ਘਰ 'ਚ ਪ੍ਰੇਰਨਾ ਕਰਨਾ ਚਾਹੁੰਦੇ ਨੇ ਵੀ ਘਰ 'ਚ ਇੱਕ ਬੱਚਾ ਨਹੀਂ ਹੋਣਾ ਚਾਹੀਦਾ, ਬੱਚੇ ਜ਼ਿਆਦਾ ਹੋਣੇ ਚਾਹੀਦੇ ਨੇ। ਫਿਰ ਵੇਖੋ, ਚਲੋ ਤੁਸੀਂ ਕੌਮ ਦਾ ਫਿਕਰ ਨਾ ਕਰੋ, ਆਪਣਾ ਹੀ ਕਰ ਲਓ। ਇੱਕ ਤੁਹਾਡਾ ਬੱਚਾ ਹੈ, ਬੁਖਾਰ ਚੜ੍ਹ ਗਿਆ ਤਾਂ ਮਰ ਗਏ, ਜੇ ਨਾ ਪੜ੍ਹੇ ਤਾਂ ਮਰ ਗਏ, ਇੱਕੋ ਜਿਹਾ ਹੋਇਆ। ਤੇ ਜੇ ਘਰੋਂ ਰੁੱਸ ਕੇ ਚਲਾ ਗਿਆ ਤੇ ਬਿਲਕੁਲ ਹੀ ਮਰ ਗਏ। ਤੇ ਹੁਣ ਚੱਲੀਏ ਆਪਾਂ ਪਿੱਛੇ ਨੂੰ। ਪਤਾ ਨਹੀਂ ਤੁਸੀਂ ਤੇ ਸ਼ਹਿਰਾਂ 'ਚ ਜੰਮੇ, ਤੁਹਾਡਾ ਤੇ ਮੈਨੂੰ ਪਤਾ ਨਹੀਂ, ਸਾਨੂੰ ਆਪਣਾ ਤੇ ਪਤਾ ਹੈ। ਵੇ ਮਰਨਿਆ ਰੋਟੀ ਖਾ ਲੈ। ਉਹਨੂੰ ਪਤਾ ਸੀ ਇਹ ਕੁੱਕੜਾਂ ਵਾਂਗੂ 5-7 ਤੁਰੇ ਫਿਰਦੇ ਨੇ ਵਿਹੜੇ 'ਚ, ਮਰਨ ਥੋੜਾ ਲੱਗੇ ਨੇ। ਬਜ਼ੁਰਗ ਮਾਈਆਂ ਮਰਨਾ ਕਹਿ ਕੇ ਵੇ ਮਰਨਿਆ ਰੋਟੀ ਖਾ ਲੈ, ਵੀ 5-7 ਹੈਗੇ ਨੇ, ਕਿਹੜਾ ਮਰਨ ਲੱਗੇ ਨੇ। ਸੁੱਖ ਨਾਲ 5-7 ਜਵਾਕ ਹੁੰਦੇ ਸੀ ਹਰ ਘਰ 'ਚ, ਪਰ ਅੱਜ ਅਸੀਂ ਇਸੇ ਪਾਸੇ ਤੁਰ ਪਏ ਆ। ਇੱਕ ਵੇਲਾ ਸੀ ਅੱਜ ਦੇ ਦਿਨ ਵੱਡਾ ਘੱਲੂਘਾਰਾ ਹੋਇਆ ਸੀ, ਅੱਧੀ ਕੌਮ ਸਾਡੀ ਸ਼ਹੀਦ ਹੋਈ ਸੀ। ਪਰ ਪਤਾ ਕਰਿਓ ਫਿਰ ਥੋੜੇ ਜਿਹੇ ਸਾਲ ਬਤੀਤ ਹੋਏ ਤੇ ਉਸ ਖਾਲਸੇ ਨੇ ਲਾਲ ਕਿਲੇ ਦੇ ਉੱਪਰ ਆਪਣਾ ਕੇਸਰੀ ਨਿਸ਼ਾਨ ਚਲਾ ਦਿੱਤਾ, ਦਿੱਲੀ ਫਤਿਹ ਕਰ ਲਈ। 30 ਹਜ਼ਾਰੀ ਸੁਣਿਆ, ਜਿੱਥੇ 30 ਹਜ਼ਾਰੀ ਕੋਟ ਹੈ, ਇੱਥੇ ਆ ਕੇ ਫੌਜਾਂ ਨੇ ਆਪਣੀ ਛਾਉਣੀ ਲਾਈ ਸੀ। ਮਠਾਈ ਪੁਲ ਸੁਣਿਆ ਦਿੱਲੀ 'ਚ, ਇੱਥੇ ਮਠਿਆਈ ਵੰਡੀ ਸੀ। ਮੋਰੀ ਗੇਟ ਸੁਣਿਆ, ਇੱਥੋਂ ਕੰਧ ਪਾੜ ਕੇ ਖਾਲਸੇ ਅੰਦਰ ਆਏ ਸੀ। ਇਹ ਦਿੱਲੀ ਸਾਡੀ ਹੈ, ਇੱਥੇ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਦਿੱਤੀ ਹੈ। ਬਾਕੀਆਂ ਨੂੰ ਪੁੱਛ ਲਿਓ ਵੀ ਤੁਹਾਡੇ ਇੱਥੇ ਕਿਸੇ ਨੇ ਕੀ ਕੀਤਾ? ਕੁਝ ਨਹੀਂ ਕੀਤਾ ਕਿਸੇ ਨੇ। ਉਧਰ ਬੜੀ ਸੋਹਣੀ ਗੱਲ ਇੱਥੇ ਹਿੱਤ ਸਾਹਿਬ ਕਹਿ ਕੇ ਗਏ ਨੇ, ਉਹ ਕਹਿੰਦੇ ਪਤਾ ਕਰਿਓ ਦਿੱਲੀ ਦੇ ਵਿੱਚ ਪਹਿਲਾਂ ਮੰਦਿਰ ਬਣਿਆ ਕਿ ਗੁਰਦੁਆਰਾ ਬਣਿਆ? ਮਸਜਿਦ ਪਹਿਲਾਂ ਬਣੀਆਂ ਨੇ ਦਿੱਲੀ ਵਿੱਚ, ਪਰ ਪਹਿਲਾਂ ਗੁਰਦੁਆਰੇ ਬਣੇ ਨੇ। ਲక్ష్ਮੀ ਨਾਰਾਇਣ ਮੰਦਿਰ ਬਾਅਦ ਵਿੱਚ ਬਣੇ ਨੇ, ਹਨੂਮਾਨ ਮੰਦਿਰ ਬਾਅਦ ਵਿੱਚ ਬਣੇ ਨੇ। ਪਹਿਲਾਂ ਇੱਥੇ ਗੁਰਦੁਆਰੇ ਬਣਾਏ ਖਾਲਸੇ ਨੇ ਆ ਕੇ, ਜਦੋਂ ਦਿੱਲੀ ਫਤਿਹ ਕੀਤੀ ਹੈ।
ਪਹਿਲਾਂ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਝੁੱਲਿਆ ਸੀ, ਤਿਰੰਗਾ ਪਹਿਲਾਂ ਨਹੀਂ ਸੀ ਝੁੱਲਿਆ। 1200 ਸਾਲ ਦੀ ਗੁਲਾਮੀ ਤੋੜੀ ਹੈ ਖਾਲਸੇ ਨੇ। 700 ਸਾਲ ਤੇ ਲਗਾਤਾਰ ਹੀ ਬਤੀਤ ਹੋ ਗਏ ਸਨ। ਪਹਿਲੀ ਵਾਰੀ 700 ਸਾਲਾਂ ਤੋਂ ਬਾਅਦ ਦਿੱਲੀ ਫਤਿਹ ਕਿਹਨੇ ਕੀਤੀ? ਖਾਲਸੇ ਨੇ। ਲਾਲ ਕਿਲੇ ਤੇ ਝੰਡਾ ਕਿਹਨੇ ਚੜਾਇਆ? ਖਾਲਸੇ ਨੇ। ਅਗਰ ਇੱਥੇ ਖਾਲਸਾ ਝੰਡਾ ਨਾ ਚੜਾਉਂਦਾ ਤੇ ਤਿਰੰਗਾ ਕਦੇ ਵੀ ਨਹੀਂ ਸੀ ਚੜਦਾ। ਤਿਰੰਗਾ ਸਾਡਾ ਹੈ, ਅਸੀਂ ਹਿੰਦੁਸਤਾਨੀ ਆ, ਅਸੀਂ ਆਪਣੇ ਮੁਲਕ ਦੇ ਝੰਡੇ ਦਾ ਸਤਿਕਾਰ ਕਰਦੇ ਹਾਂ। ਅਸੀਂ ਨਫ਼ਰਤ ਨਹੀਂ ਕਰਦੇ। ਕਿਉਂ ਕਰਾਂਗੇ? ਅਸੀਂ ਜਿਸ ਮੁਲਕ 'ਚ ਰਹਿੰਦੇ ਆ, ਸਾਨੂੰ ਸਾਡੇ ਗੁਰੂ ਦਾ ਹੁਕਮ ਹੈ, ਜਿੱਥੇ ਜਾਏ ਬਈਏ, ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਪਰ ਇਹ ਮੁਲਕ ਬਗਾਨਾ ਨਹੀਂ ਹੈ, ਇਹ ਮੁਲਕ ਸਾਡਾ ਆਪਣਾ ਹੈ। ਇੱਥੇ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ ਨੇ। ਆਪਣੇ ਇਤਿਹਾਸ ਨੂੰ ਸਮਝੋ, ਫਿਰ ਆਪਣੇ ਅੰਦਰ ਗੌਰਵ ਪੈਦਾ ਕਰੋ, ਸਵੈਮਾਣ ਪੈਦਾ ਕਰੋ। ਸਿੱਖ ਤੋਂ ਵੱਡਾ ਦੇਸ਼ ਭਗਤ ਕੋਈ ਨਹੀਂ ਹੋ ਸਕਦਾ। ਸਿੱਖ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੈ। ਲੱਖ ਕੋਈ ਜਿੰਨੀਆਂ ਮਰਜ਼ੀ ਗੱਲਾਂ ਕਰੇ, ਗੱਲਾਂ ਕਰਨਾ ਕੀ ਫਰਕ ਪੈਂਦਾ? ਪਤਾ ਕਰਿਓ, ਹਿੰਦੁਸਤਾਨ ਸ਼ਬਦ ਸਭ ਤੋਂ ਪਹਿਲਾਂ ਕਿਹਨੇ ਬੋਲਿਆ? ਗੁਰੂ ਨਾਨਕ ਸਾਹਿਬ ਨੇ ਬੋਲਿਆ, ਔਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਹੈ। ਬਾਬਰ ਬਾਣੀ ਪੜ੍ਹੋਗੇ, ਉਹਦੇ ਵਿੱਚ ਸ਼ਬਦ ਆ ਜਾਏਗਾ, ਹਿੰਦੁਸਤਾਨ ਡਰਾਇਆ। ਅੱਜ ਉਹ ਐਸਾ ਇੱਕ ਇਤਿਹਾਸਕ ਦਿਨ ਹੈ, ਜਿਸ ਦਿਨ ਨੇ ਪੂਰੀ ਕੌਮ ਲਈ ਇੱਕ ਬਹੁਤ ਵੱਡਾ ਚੈਲੰਜ ਪੈਦਾ ਕਰ ਦਿੱਤਾ ਸੀ ਕਿ ਭਾਈ ਤੁਸੀਂ ਅੱਧੇ ਰਹਿ ਗਏ, ਹੁਣ ਕੀ ਕਰੋਗੇ? ਕੀ ਕਰਨਾ ਸੀ? ਬਾਕੀਆਂ ਦਾ ਤਾਂ ਨਹੀਂ ਜ਼ਿਕਰ, ਇੱਕ ਜ਼ਿਕਰ ਆਉਂਦਾ ਹੈ, ਕਈਆਂ ਨੇ ਕਿਹਾ ਵੀ ਇਹ ਬਾਬਾ ਵਿਨੋਦ ਸਿੰਘ ਦੀ ਗੱਲ ਹੈ ਕਿ ਰਹਿਰਾਸ ਦਾ ਪਾਠ ਕੀਤਾ, ਪੂਰਾ ਸਰੀਰ ਜ਼ਖਮੀ ਸੀ, ਤੇ ਅਰਦਾਸ ਕੀਤੀ ਕਿ ਹੇ ਗੁਰੂ ਕਲਗੀਧਰ ਪਿਤਾ, ਤੂੰ ਤੇ ਕਹਿੰਦਾ ਸੀ ਗੁਰੂ ਗ੍ਰੰਥ ਨੂੰ ਗੁਰੂ ਮੰਨਣਾ ਹੈ, ਤੇ 30,000 ਅਸੀਂ ਅੱਜ ਮਰ ਗਏ ਆ, ਬਦਾਲੀ ਅਜੇ ਖਲੋਤਾ, ਕਿਹੜਾ ਚਲਾ ਗਿਆ ਹੈ? ਤੇ ਜੇ ਕੱਲ ਨੂੰ 30,000 ਫਿਰ ਮਰ ਗਏ ਤੇ ਫਿਰ ਗੁਰੂ ਗ੍ਰੰਥ ਦੀ ਮਾਨਤਾ ਕੌਣ ਕਰੇਗਾ? ਫਿਰ ਉੱਥੇ ਅਰਦਾਸ ਕੀਤੀ, ਪੰਥ ਕੀ ਰਹੀ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਕੀ ਨਾ ਰਹੀ ਤੋ ਗ੍ਰੰਥ ਕੌਣ ਮਾਨੇਗਾ? ਅਗਰ ਪੰਥ ਹੀ ਨਾ ਬਚਿਆ ਤੇ ਗੁਰੂ ਗ੍ਰੰਥ ਨੂੰ ਕਿਸੇ ਨੇ ਨਹੀਂ ਮੰਨਣਾ। ਤੇ ਜੇ ਤੁਸੀਂ ਚਾਹੁੰਦੇ ਹੋ ਗੁਰੂ ਗ੍ਰੰਥ ਨੂੰ ਮੰਨਿਆ ਜਾਏ, ਤੇ ਅੱਜ ਤੁਹਾਨੂੰ ਆਪਣੇ ਪੰਥ ਦੀ ਬੋੜੀ ਕਰਨੀ ਹੋਏਗੀ। ਕੀਤੀ ਵਾਹਿਗੁਰੂ ਨੇ। ਅੱਜ ਵੇਖ ਲਓ, ਖਾਲਸਾ ਚੜ੍ਹਦੀ ਕਲਾ ਵਿੱਚ ਹੈ। ਸੋ ਆਓ ਆਪਣੇ ਅੰਦਰ ਇਹ ਗੌਰਵ ਪੈਦਾ ਕਰੋ। ਐਵੇਂ ਧਾਗੇ ਬਾਹਾਂ ਨੂੰ ਬੰਨੀ ਜਾਣੇ, ਲੱਤਾਂ ਨੂੰ ਬੰਨੀ ਜਾਣੇ, ਗਿੱਟਿਆਂ ਨੂੰ ਬੰਨੀ ਜਾਣੇ, ਆਪਾਂ ਕਿਹੜੇ ਪਾਸੇ ਤੁਰ ਪਏ ਆ? ਸਾਡੀ ਬੜੀ ਅਮੀਰ ਸੰਸਕ੍ਰਿਤੀ ਹੈ, ਬੜਾ ਅਮੀਰ ਇਤਿਹਾਸ ਹੈ ਸਾਡਾ, ਬੜਾ ਗੌਰਵਮਈ ਇਤਿਹਾਸ ਹੈ ਸਾਡਾ। ਕਦੇ ਦੁਨੀਆ ਨੂੰ ਸੁਣਾਓਗੇ ਤੇ ਤੁਹਾਡੀ ਦਾਸਤਾਨ ਲੋਕ ਬੈਠ ਕੇ ਸੁਣਨਗੇ। ਅੱਜ ਉਹ ਦਿਨ ਸਿੱਖ ਜਗਤ ਵਿੱਚ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।